दूरी। श्री हरि कृष्ण मन बहुरी। तेग बहादुर परम कृपाला सतगुर परम कृपाला। श्री गुरु गोबिंद सिंह बिसाला। तरो तरा पर पुन पुन सीसा जी पुन पुन सीसा। बंदा बार बार जगदीसा। जिसमें है अमृत ज्ञान है मानक भगत बैराग। श्री गुरु ग्रंथ साहिब उदध बंदो कर अनुराग। श्री गुरु शब्द कमाए जिन जीते पंच विकार। तिन संतन को बंदना सिर चरणन पर तार। एक अंकार सतगुरु देह प्रसाद सच होए। वाहेगुरु जी की फतेह बिघन बिनाशन सोए। वाहेगुरु जी की फतेह बिघन बिनाशन सोए। सतनाम। श्री वाहिगुरु साहिब जी। अब मैं रूप गंधर्वी पायो जात सुरग को नमो हमार। शतर तुम्हारो पृथिया जानो करहे बैर सगरो परवार। अब मैं रूप गंधर्वी पायो। वाहिगुरु जी का खालसा वाहिगुरु जी की फतेह। परम सन्मान योग जुग हो जुग अटल। चौर छत्र तखत सिंघासन दे मालक गुरता गद्दी उपर बिराजमान। दोहां जहाना दे मालक धन धन साहिब श्री गुरु ग्रंथ साहिब जी महाराज। सच्चे पातशाह जी दी पावन अते पवित्र हाजिर हजूरी विच इकत्तर हो के धन धन साहिब श्री गुरु रामदास साहिब जी महाराज। सच्चे पातशाह जी दी पावन पवित्र नगरी विखे सतगुरां दे पावन पवित्र अस्थान धन धन साहिब श्री गुरु अर्जन देव साहब महाराज जी दे पावन पवित्र अस्थान गुरुद्वारा दीवान हाल श्री मंजी साहिब विखे बड़े प्यार सत्कार दे सहित चल रही गुर इतिहास की कथा सरवण करन वास्ते आपां इकत्तर होए हाँ। सच्चे पातशाह गुरु अर्जन देव साहिब जी महाराज जी दे जीवन की कथा विचार लड़ी रूप विच आप सारियां संगतां इस समय दिन दे चौथे पैर बड़े प्यार दे सहित सरवण करदे हो। पिछले दीवाना विच आप जी ने गुरमुखा पासों जिहड़ा चल रहा लड़ी का प्रसंग वो सरवण कीता सी, जिस अंदर कवि संतोख सिंह जी गुरु अर्जन देव साहब महाराज जी दे जीवन का वो प्रसंग सरवण करा रहे सन। सच्चे पातशाह जी दे गृह विखे गुरु नानक देव साहब महाराज जी दे गुरता दे उपर 6वें अस्थान ते विराजमान होने वाले सतगुरु गुरु हरगोबिंद साहब महाराज जी का अवतार होया ते अवतार की खुशी सारे परिवार विच सिखां सेवकां दे विच बहुत उत्साह दे नाल कीती गई।
ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਤੱਕ ਪਰਿਵਾਰ ਨੇ ਸ਼ੁਕਰਾਨਾ ਕੀਤਾ। ਇਸ ਗੱਲ ਦੀ ਜਿਹੜੀ ਖਬਰ ਸੀ ਨਾ ਸਾਧ ਸੰਗਤ ਜੀ, ਜਦੋਂ ਬਾਬਾ ਪ੍ਰਿਥੀ ਚੰਦ ਜੀ ਦੇ ਗ੍ਰਹਿ ਵਿਖੇ ਬੀਬੀ ਕਰਮੋਂ ਨੂੰ ਮਿਲੀ ਤੇ ਦਾਸੀਆਂ ਨੇ ਜਾ ਕੇ, ਜਿਸ ਵੇਲੇ ਉਹਨਾਂ ਦੀ ਦਾਸੀ ਨੇ ਜਾ ਕੇ ਸਾਰੀ ਵਾਰਤਾ ਸੁਣਾਈ ਕਿ ਕਿਵੇਂ ਆਨੰਦ ਮੰਗਲ ਖੁਸ਼ੀਆਂ ਇੱਥੇ ਹੋ ਰਹੇ ਹਨ ਤੇ ਬਹੁਤ ਤਰ੍ਹਾਂ ਦੇ ਪਦਾਰਥ ਭੇਟਾਵਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਸੰਗਤਾਂ ਲਿਆ ਕੇ ਭੇਟ ਕਰ ਰਹੀਆਂ ਹਨ। ਇਤਿਆਦਿਕ ਗੁਰੂ ਘਰ ਦੇ ਜਿਹੜੇ ਚੱਲ ਰਹੇ ਕੌਤਕ ਉਤਸਵ ਸਨ, ਉਹ ਆ ਕੇ ਜਦੋਂ ਦੱਸੇ ਤਾਂ ਬੀਬੀ ਕਰਮੋਂ ਬਹੁਤ ਔਖੀ ਹੋਈ ਤੇ ਉਹਨਾਂ ਨੇ ਆਪਣੇ ਪਤੀ ਬਾਬਾ ਪ੍ਰਿਥੀ ਚੰਦ ਜੀ ਦੇ ਨਾਲ ਗੱਲਬਾਤ ਕੀਤੀ। ਤੁਸੀਂ ਤਾਂ ਕਹਿੰਦੇ ਸੀ ਉਹਨਾਂ ਦੇ ਘਰ ਵਿੱਚ ਪੁੱਤਰ ਨਹੀਂ ਹੋਣਾ ਤੇ ਜਿਹੜੀ ਗੁਰਤਾ ਹੈ ਇਹਦੇ ਮਾਲਕ ਅਸੀਂ ਬਣਾਂਗੇ, ਕਿਉਂਕਿ ਪ੍ਰਿਥੀ ਚੰਦ ਨੂੰ ਕਈ ਵਾਰ ਬੀਬੀ ਕਰਮੋਂ ਇਹ ਕਹਿੰਦੀ ਸੀ ਕਿ ਤਾਂ ਆਪ ਜੀ ਦੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਗੁਰਤਾ ਤੇ ਆਪ ਜੀ ਨੂੰ ਨਹੀਂ ਦਿੱਤੀ। ਸਾਰਾ ਜਿਹੜਾ ਸਤਿਕਾਰ ਸੰਗਤ ਦੇ ਵਿੱਚ ਮਾਣ ਗੁਰਤਾ, ਇਹ ਤਾਂ ਆਪ ਜੀ ਦੇ ਛੋਟੇ ਭਰਾਤਾ ਸਤਿਕਾਰਯੋਗ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮਿਲੀ ਹੈ ਤੇ ਆਪ ਜੀ ਖਾਲੀ ਰਹਿ ਗਏ ਹੋ। ਤੇ ਉਸ ਵੇਲੇ ਪ੍ਰਿਥੀ ਚੰਦ ਦਾ ਇਹ ਜਵਾਬ ਹੁੰਦਾ ਸੀ ਕਿ ਐ ਭਾਗਾ ਵਾਲੀਏ, ਕਿਉਂ ਚਿੰਤ ਮਨ ਮਹਿ ਕਰੈ, ਸਭੀ ਬਸਤ ਹੈ ਤੋਰ, ਤਹਿ ਗ੍ਰਹਿ ਸੁਤ ਉਪਜਿਓ ਨਹੀਂ, ਸੁਤ ਉਪਜਿਓ ਗ੍ਰਹਿ ਮੋਰ। ਇਹ ਹੰਕਾਰ ਸੀ। ਬਾਬਾ ਪ੍ਰਿਥੀ ਚੰਦ ਆਪਣੀ ਘਰਵਾਲੀ ਨੂੰ ਸਮਝਾਉਣ ਵਾਸਤੇ ਇਹ ਬਚਨ ਕਰਦੇ ਸਨ ਕਿ ਕਿਉਂ ਤੂੰ ਚਿੰਤਾ ਕਰਦੀ ਹੈ, ਕਿਉਂ ਦੁਖੀ ਹੁੰਦੀ ਹੈ। ਸਾਰੀਆਂ ਵਸਤੂਆਂ ਹੋ ਜਾਣ ਦੇ ਇਕੱਠੀਆਂ, ਸਾਰੇ ਪਦਾਰਥ ਹੋ ਜਾਣ ਦਿਓ ਇਕੱਠੇ, ਇਹ ਸਾਰੇ ਸਾਡੇ ਹੋਣਗੇ ਅੱਗੇ ਜਾ ਕੇ। ਕਿਉਂ? ਕਿਉਂਕਿ ਇਹਨਾਂ ਦੇ ਗ੍ਰਹਿ ਵਿਖੇ ਪੁੱਤਰ ਹੈ ਨਹੀਂ, ਸਾਡੇ ਘਰ ਪੁੱਤਰ ਹੈ। ਸਾਨੂੰ ਪਰਮਾਤਮਾ ਨੇ ਔਲਾਦ ਦਿੱਤੀ ਹੈ ਤੇ ਸਾਡਾ ਪੁੱਤਰ ਮਿਹਰਬਾਨ ਹੀ ਅੱਗੇ ਜਾ ਕੇ ਗੁਰਤਾ 'ਤੇ ਬੈਠੇਗਾ। ਇਉਂ ਸਲਾਹ ਦਿੰਦੇ ਸਨ। ਤੇ ਪ੍ਰਿਥੀ ਚੰਦ ਦਾ ਜਦੋਂ ਇਹ ਸਾਧ ਸੰਗਤ ਜੀ ਜਿਹੜਾ ਸਵਾਲ ਸੀ ਨਾ, ਹੁਣ ਬੀਬੀ ਕਰਮੋਂ ਨੇ ਕਿਹਾ ਕਿ ਤੁਸੀਂ ਤਾਂ ਕਹਿੰਦੇ ਸੀ, ਦੇਖੋ ਹੁਣ ਉਹਨਾਂ ਦੇ ਗ੍ਰਹਿ ਵਿਖੇ ਪੁੱਤਰ ਹੋਇਆ। ਫਿਰ ਬਾਬਾ ਪ੍ਰਿਥੀ ਚੰਦ ਨੇ ਕਿਹਾ ਕਿ ਇਹ ਤਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਦਿ ਸਿੱਖ ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਨਿਕਲੇ ਹੋਏ ਜਿਹੜੇ ਪਵਿੱਤਰ ਬਚਨ ਹਨ, ਉਹਨਾਂ ਬਚਨਾਂ ਦੇ ਸਦਕਾ ਇਹਨਾਂ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ। ਉਹਨਾਂ ਨੇ ਕਿਹਾ ਕੀ ਹੋਇਆ, ਜੇ ਪੁੱਤਰ ਹੋ ਗਿਆ ਤੇ ਆਪਾਂ ਮਾਰ ਦਿਆਂਗੇ, ਮੁਕਾ ਦਿਆਂਗੇ, ਖਤਮ ਕਰ ਦਿਆਂਗੇ। ਪ੍ਰਿਥੀ ਚੰਦ ਨੇ ਉਸ ਵੇਲੇ ਆਖਿਆ ਸੀ ਆਪਣੀ ਸਭਾ ਵਿੱਚ ਬੈਠ ਕੇ ਕਿ ਜਿਹੜਾ ਜੰਮਦਾ ਹੋਇਆ ਬੂਟਾ, ਜਿਸ ਵੇਲੇ ਸਾਧ ਸੰਗਤ ਜੀ ਨਿੱਕਾ ਹੁੰਦਾ ਹੈ, ਛੋਟਾ ਹੁੰਦਾ ਹੈ, ਉਸ ਨੂੰ ਪੁੱਟ ਦੇਣਾ, ਉਸ ਵਾਸਤੇ ਕੋਈ ਬਹੁਤਾ ਬਲ ਨਹੀਂ ਲੱਗਦਾ, ਬਹੁਤਾ ਜ਼ੋਰ ਨਹੀਂ ਲੱਗਦਾ। ਤੁਸੀਂ ਦੇਖੋ ਜਿਹੜਾ ਰੁੱਖ, ਜਿਹੜਾ ਬੂਟਾ ਬਹੁਤ ਛੋਟਾ ਹੈ, ਉਹਨੂੰ ਬੰਦਾ ਇੱਕ ਹੱਥਾਂ ਦੇ 2 ਉਂਗਲਾਂ ਦੇ ਨਾਲ ਪੁੱਟ ਦਿੰਦਾ ਹੈ। ਪਰ ਜਦੋਂ ਉਹ ਛੋਟਾ ਜਿਹਾ ਰੁੱਖ, ਛੋਟਾ ਜਿਹਾ ਬੂਟਾ ਵਿਸ਼ਾਲ ਵੱਡਾ ਹੋ ਜਾਂਦਾ ਹੈ, ਜਿਸ ਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਧੱਸ ਜਾਂਦੀਆਂ ਨੇ, ਗਹਿਰੀਆਂ ਹੋ ਜਾਂਦੀਆਂ ਨੇ, ਗਹਿਰੀਆਂ ਜਾਂਦੀਆਂ ਨੇ, ਫਿਰ ਦੇਖੋ ਉਸ ਨੂੰ ਕੱਟਣ ਵਾਸਤੇ ਕਿੰਨੇ ਯਤਨ ਕਰਨੇ ਪੈਂਦੇ। ਉਹਦੇ ਵਾਸਤੇ ਵੱਡੇ ਵੱਡੇ ਆਰੇ ਵੀ ਚਾਹੀਦੇ, ਵੱਡੇ ਵੱਡੇ ਕੁਰਾੜੇ ਵੀ ਚਾਹੀਦੇ, ਬੰਦੇ ਵੀ ਚਾਹੀਦੇ। ਅਨੇਕਾਂ ਯਤਨਾਂ ਦੇ ਨਾਲ ਫਿਰ ਉਹ ਰੁੱਖ ਕੱਟਿਆ ਜਾਂਦਾ ਹੈ, ਪਰ ਜੜ੍ਹਾਂ ਫਿਰ ਵੀ ਅੰਦਰ ਹੁੰਦੀਆਂ ਜ਼ਮੀਨ ਵਿੱਚ। ਤੇ ਬਾਬਾ ਪ੍ਰਿਥੀ ਚੰਦ ਕਹਿੰਦੇ ਸਨ ਕਿ ਇਹ ਅਜੇ ਬਾਲਕ ਹੈ, ਗੁਰੂ ਅਰਜਨ ਦੇਵ ਜੀ ਦੇ ਪੁੱਤਰ, ਇਸ ਕਰਕੇ ਇਹਨਾਂ ਨੂੰ ਅਜੇ ਹੀ ਖਤਮ ਕਰ ਦੇਣਾ ਚਾਹੀਦਾ ਹੈ। ਜਦੋਂ ਵੱਡੇ ਹੋ ਜਾਣਗੇ ਫਿਰ ਕੰਮ ਜਿਹੜਾ ਔਖਾ ਹੋ ਜਾਵੇਗਾ। ਇਸ ਤਰ੍ਹਾਂ ਦੀ ਸਲਾਹ ਕਰਕੇ ਇਹਨਾਂ ਨੇ ਆਪਣੀ ਘਰਵਾਲੀ ਨੂੰ ਕਿਹਾ, ਇੱਕ ਦਾਈ ਐਸੀ ਕੋਈ ਔਰਤ ਲੱਭੋ ਜਿਹੜੀ ਜਾ ਕੇ ਉਹਨਾਂ ਦੇ ਪੁੱਤਰ ਨੂੰ ਜ਼ਹਿਰ ਦੇ ਆਵੇ। ਵਿਸਥਾਰ ਦੇ ਸਹਿਤ ਆਪ ਜੀ ਨੇ ਪਿੱਛੇ ਦੀਵਾਨਾਂ ਵਿੱਚ ਪ੍ਰਸੰਗ ਜਿਹੜਾ ਸਰਵਣ ਕੀਤਾ ਸੀ, ਸੰਖੇਪ ਰੂਪ ਦੇ ਵਿੱਚ ਹੀ ਬੇਨਤੀ ਕਰਕੇ ਅੱਜ ਦੇ ਇਤਿਹਾਸ ਦੇ ਲੜੀ ਵੱਲ ਆਵਾਂ। ਤੇ ਬਾਬਾ ਜੀ ਨੇ ਜਦੋਂ ਇਹ ਗੱਲ ਕਹੀ, ਬੀਬੀ ਕਰਮੋਂ ਨੇ ਇੱਕ ਜਿਹੜੀ ਦਾਈ ਸੀ, ਆਪਣੇ ਦਾਈ ਨੂੰ ਕਹਿ ਕੇ ਉਹਨੂੰ ਬੁਲਾਇਆ ਤੇ ਉਸ ਨੇ ਆ ਕੇ ਬੀਬੀ ਕਰਮੋਂ ਦੇ ਪਾਸੋਂ ਸਾਰੀ ਗੱਲ ਸੁਣੀ ਕਿ ਮੇਰਾ ਜਿਹੜਾ ਇਹ ਸਾਡਾ ਕੰਮ ਤੂੰ ਕਰ ਦੇ। 100 ਰੁਪਏ ਵੀ ਦਿੱਤੇ, ਬੜੇ ਲਾਲਚ ਦਿੱਤੇ, ਰਹਿਣ ਦੇ ਸਮੇਂ ਤੱਕ, ਜਦੋਂ ਤੱਕ ਤੂੰ ਸਰੀਰ ਕਰਕੇ ਰਹੇਗੀ ਤੇਰਾ ਸਾਰਾ ਖਰਚਾ ਅਸੀਂ ਉਠਾਵਾਂਗੇ। ਇਤਿਆਦਿਕ ਬੇਅੰਤ ਲਾਲਚ ਦਿੱਤੇ, ਸੁੰਦਰ ਵਸਤਰ ਦਿੱਤੇ, ਕੀਮਤੀ ਵਸਤਰ ਦੇ ਕੇ ਤੋਰਿਆ ਤੇ ਲੋਭ ਦੇ ਲਹਿਰ ਵਿੱਚ ਰੁੜ ਕੇ
ਉਸ ਜਿਹੜੀ ਦਾਈ ਨੇ ਇਹ ਭੈੜਾ ਜਿਹੜਾ ਕਰਮ ਸੀ ਉਹ ਕਰਤਾ। ਆਪਣੇ ਅੰਗਾਂ 'ਤੇ ਜ਼ਹਿਰ ਮਲ ਕੇ ਸਾਧ ਸੰਗਤ ਜੀ ਇਹ ਦਾਈ ਚੱਲ ਕੇ ਆਈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਕਾਰਯੋਗ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਡਾਲੀ ਨਗਰ ਦੇ ਵਿੱਚ ਸਨ। ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਜਾ ਕੇ ਬੜੇ ਚਲਾਕੀ ਦੇ ਨਾਲ, ਬੜੇ ਹੀ ਤਰੀਕੇ ਦੇ ਨਾਲ ਗੱਲਾਂ ਬਾਤਾਂ ਵਿੱਚ ਸਾਰਿਆਂ ਨੂੰ ਫਸਾ ਕੇ ਆਪਣੀ ਵਡਿਆਈ ਸਾਰੀਆਂ ਇਸਤਰੀਆਂ ਵਿੱਚ ਬੈਠ ਕੇ ਕੀਤੀ ਮਾਤਾ ਗੰਗਾ ਜੀ ਦੇ ਅੱਗੇ। ਤੇ ਮਾਤਾ ਜੀ ਦੇ ਪਾਸੋਂ ਸਾਹਿਬਜ਼ਾਦੇ ਨੂੰ ਗੋਦ ਵਿੱਚ ਲਿਆ ਤੇ ਲੈ ਕੇ ਜਦੋਂ ਇਹ ਆਪਣੇ ਚਲਾਕੀ ਦੇ ਨਾਲ ਜਿਹੜੇ ਅੰਗਾਂ ਨੂੰ ਮਲਿਆ ਹੋਇਆ, ਅਸਥਨ ਨੂੰ ਮਲਿਆ ਹੋਇਆ ਜ਼ਹਿਰ ਸੀ ਨਾ, ਉਹ ਬਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹ ਦੁੱਧ ਉਹਨੇ ਪਿਲਾਉਣਾ ਚਾਹਿਆ। ਜਿਸ ਵੇਲੇ ਸਾਧ ਸੰਗਤ ਜੀ ਬਾਲਕ ਸਰੂਪ ਵਿੱਚ ਦੁਨੀਆ ਵਾਸਤੇ, ਉਸ ਦਾਈ ਵਾਸਤੇ, ਬਾਬਾ ਪ੍ਰਿਥੀ ਚੰਦ ਵਾਸਤੇ ਉਹ ਬਾਲਕ ਨੇ, ਪਰ ਉਹ ਤਾਂ ਭਾਰੀ ਗੁਰੂ ਨੇ, ਮੀਰੀ ਪੀਰੀ ਦੇ ਮਾਲਕ ਨੇ। ਉਹ ਸਾਧ ਸੰਗਤ ਜੀ ਸਰੀਰਾਂ ਦੇ ਵਿੱਚ, ਸਰੀਰਾਂ ਦੀ ਆਯੂ ਵਿੱਚ ਨਾ ਆਉਣ ਵਾਲੇ, ਕਿਉਂਕਿ ਜੋਤ ਦੀ ਕੋਈ ਸਾਧ ਸੰਗਤ ਜੀ ਸੀਮਾ ਨਹੀਂ ਹੈ। ਜਿਸ ਸਰੂਪ ਦੇ ਵਿੱਚ ਗੁਰੂ ਨਾਨਕ ਦੀ ਜੋਤ ਨੇ ਟਿਕਣਾ ਹੈ, ਉਹ ਸਰੂਪ ਨੂੰ ਦੁਨਿਆਵੀ ਬੰਦਾ ਕੀ ਕਰ ਸਕਦਾ ਹੈ। ਸੋ ਜਿਸ ਵੇਲੇ ਸਾਧ ਸੰਗਤ ਜੀ ਉਹਨੇ ਯਤਨਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਲਕ ਸਰੂਪ ਦੇ ਵਿੱਚ ਹਨ, ਉਹਨਾਂ ਨੂੰ ਸਾਧ ਸੰਗਤ ਜੀ ਉਹਨੇ ਜ਼ੋਰ ਦੇ ਨਾਲ ਜਦੋਂ ਦੁੱਧ ਚੁੰਗਾਉਣਾ ਚਾਹਿਆ, ਆਪ ਜੀ ਨੇ ਇੱਕ ਹੱਥ ਨਾਲ ਗੁੱਤ ਤੇ ਇੱਕ ਹੱਥ ਅਸਥਨ 'ਤੇ ਰੱਖ ਕੇ ਸਾਧ ਸੰਗਤ ਜੀ ਉਸ ਦੇ ਜਿਹੜੇ ਪ੍ਰਾਣ ਸੀ ਉਹ ਖਿੱਚ ਲਏ। ਬੜੀ ਤੜਫੀ ਤੇ ਤੜਫ ਕੇ ਉਹ ਦਾਈ ਦੀ ਮੌਤ ਹੋ ਗਈ। ਸਾਰੇ ਦੇਖ ਕੇ ਹੈਰਾਨ, ਸਾਰੀਆਂ ਬੀਬੀਆਂ ਮਾਈਆਂ, ਸਤਿਕਾਰਯੋਗ ਮਾਤਾ ਗੰਗਾ ਜੀ ਉਹ ਵੀ ਬਹੁਤ ਹੈਰਾਨ। ਤੇ ਛੇਤੀ ਜਾ ਕੇ ਜਦੋਂ ਉਹ ਦਾਈ ਧਰਤੀ 'ਤੇ ਡਿੱਗਦੀ ਹੈ, ਜਾ ਕੇ ਆਪ ਜੀ ਨੇ ਆਪਣੇ ਸੁਪੁੱਤਰ ਬਾਲਕ ਨੂੰ ਚੁੱਕਿਆ ਗੋਦ ਵਿੱਚ, ਥੋੜ੍ਹਾ ਜਿਹਾ ਬਾਹਰ ਆ ਗਏ ਤੇ ਉਸ ਦਾਈ ਦੀ ਰੂਹ ਜਿਹੜੀ ਸੀ ਪ੍ਰਗਟ ਹੋਈ। ਪ੍ਰਗਟ ਹੋ ਕੇ ਆਪਣੀ ਜਿਹੜੀ ਗਾਥਾ ਸੀ ਉਹਨੇ ਅਸਮਾਨ ਵਿੱਚ ਲੋਪ ਹੋ ਕੇ ਗੁਪਤ ਰੂਪ ਵਿੱਚ ਸਾਰੀ ਸੁਣਾਈ। ਕਹਿਣ ਲੱਗੀ ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ, ਮੈਂ ਸਾਰੀ ਆਪਣੀ ਜਿਹੜੀ ਗਾਥਾ ਹੈ ਉਹ ਸੁਣਾਉਂਦੀ ਹਾਂ। ਉਸ ਦਾਈ ਨੇ ਕਿਹਾ, ਦਾਈ ਦੀ ਰੂਹ ਨੇ ਕਿਹਾ, ਮਾਤਾ ਗੰਗਾ ਜੀ ਮੈਂ ਸਵਰਗ ਦੀ ਜਿਹੜੀ ਇੰਦਰ ਦੀ ਦਰਬਾਰ ਦੀ ਇੱਕ ਗੰਦਰਬੀ ਸੀਗੀ ਤੇ ਮੈਨੂੰ ਸਵਰਗ ਦੇ ਦੇਵਤਿਆਂ ਦੇ ਗੁਰੂ ਬ੍ਰਹਸਪਤ ਨੇ ਇੱਕ ਸ਼ਰਾਪ ਦਿੱਤਾ ਸੀ, ਕਿਉਂਕਿ ਮੇਰੇ ਵਿੱਚ ਹੰਕਾਰ ਸੀ, ਮਾਣ ਸੀ ਆਪਣੇ ਗੁਣਾਂ ਦਾ। ਇੱਕ ਤਾਂ ਮੇਰਾ ਗਲਾ, ਇੱਕ ਤਾਂ ਮੈਂ ਗਾਇਨ ਬਹੁਤ ਸੁੰਦਰ ਕਰਦੀ ਸੀ, ਬਹੁਤ ਚੰਗੀ ਆਵਾਜ਼ ਕਰਕੇ, ਤੇ ਮੇਰੀ ਸੁੰਦਰਤਾ ਕਰਕੇ ਜਿਹੜਾ ਹੰਕਾਰ ਸੀ ਨਾ, ਇਹ ਹੰਕਾਰ ਕਰਕੇ ਜਿਸ ਵੇਲੇ ਗੁਰਦੇਵ ਜਿਹੜੇ ਦੇਵਤਿਆਂ ਦੇ ਗੁਰੂ ਆਏ ਦਰਬਾਰ ਵਿੱਚ, ਤੇ ਉਸ ਵੇਲੇ ਸਾਰਿਆਂ ਨੇ ਖੜੇ ਹੋ ਕੇ ਆਦਰ ਕੀਤਾ, ਸਤਿਕਾਰ ਕੀਤਾ ਵੱਡਿਆਂ ਦਾ, ਪਰ ਮੈਂ ਆਪਣੇ ਮਾਣ ਵਿੱਚ ਆਕੜੀ ਰਹੀ। ਇਸ ਕਰਕੇ ਉਹਨਾਂ ਨੇ ਮੇਰਾ ਹੰਕਾਰ ਦੇਖਿਆ ਕਿ ਇਹ ਤਾਂ ਦੇਵਤਿਆਂ ਦੇ ਸਭਾ ਦੇ ਵਿੱਚ ਬੈਠਣ ਦੇ ਯੋਗ ਨਹੀਂ। ਉਹਨਾਂ ਨੇ ਬਚਨ ਕਰ ਦਿੱਤਾ ਕਿ ਤੂੰ ਜਾ ਧਰਤੀ 'ਤੇ, ਸ਼ਰਾਪ ਰੂਪ ਬਚਨ ਕਰ ਦਿੱਤੇ, ਤੇ ਜਾ ਕੇ ਉੱਥੇ ਦੁੱਖ ਭੋਗੇਗੀ, ਦਾਈਆਂ ਦੇ ਘਰ ਤੇਰਾ ਜਨਮ ਹੋਵੇਗਾ ਤੇ ਬਹੁਤ ਤਰ੍ਹਾਂ ਦੇ ਕਸ਼ਟ ਦੁੱਖ ਤੈਨੂੰ ਸਹਿਣੇ ਪੈਣੇ। ਸਾਰੀ ਗੱਲ ਜਦੋਂ ਉਹਨਾਂ ਨੇ ਕਹੀ, ਇਹਨੇ ਹੱਥ ਜੋੜ ਕੇ ਮਾफ़ੀ ਮੰਗੀ, ਬੇਨਤੀ ਕੀਤੀ, ਹੁਣ ਕਿਰਪਾ ਕਰਕੇ ਦੱਸਿਓ ਮੇਰਾ ਉଦ୍ਧਾਰ ਕਦੋਂ ਹੋਵੇਗਾ, ਫਿਰ ਮੈਨੂੰ ਇਹ ਸਰੂਪ ਕਦੋਂ ਪ੍ਰਾਪਤ ਹੋਵੇਗਾ। ਤਾਂ ਉਹਨਾਂ ਨੇ ਬਚਨ ਕੀਤਾ, ਗੁਰੂ ਨਾਨਕ ਪਾਤਸ਼ਾਹ ਜੀ ਦੇ ਅਸਥਾਨ 'ਤੇ 5ਵੇਂ ਥਾਂ 'ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਗੁਰੂ ਹੋਣਗੇ, ਉਹਨਾਂ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਤੇਰਾ ਉद्धार ਕਰਨਗੇ। ਇਉਂ ਸਾਧ ਸੰਗਤ ਜੀ ਇੱਥੋਂ ਤੱਕ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਜਿਹੜੀ ਕਥਾ ਸੀ ਉਹ ਸਰਵਣ ਕੀਤੀ ਸੀ। ਆਉਣ ਵਾਲੀ ਵਿਚਾਰ ਮਨ ਇਕਾਗਰ ਕਰਕੇ, ਚਿੱਤ ਬਿਰਤਿਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ। ਪਿਆਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਬ ਮੈਂ ਰੂਪ ਗੰਧਰਵੀ ਪਾਇਓ, ਜਾਤ ਸੁਰਗ ਕੋ ਨਮੋ ਹਮਾਰ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਮਹਿਲ, ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ ਤੇ ਗੰਗਾ ਮਾਤਾ ਜੀ ਦੇ ਨਾਲ ਜਿੰਨੀਆਂ ਉਹ ਨਗਰ ਦੀਆਂ ਇਸਤਰੀਆਂ ਸਨ, ਦਾਸੀਆਂ ਆਦਿਕ ਸਨ, ਉਹਨਾਂ ਸਾਰਿਆਂ ਨੂੰ ਉਸ ਦਾਈ ਦੀ ਰੂਹ ਜਿਹੜੀ ਹੈ ਉਹ ਕਹਿ ਕੇ ਸੁਣਾਉਂਦੀ ਹੈ ਕਿ ਹੁਣ ਮੇਰੀ ਜਿਹੜੀ ਹੈ ਮਾਤਾ ਜੀ ਆਪ ਜੀ ਦੇ ਪਾਵਨ ਪਵਿੱਤਰ
ਗ੍ਰਹਿ ਵਿਖੇ ਆਪ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੇਰੀ ਕਲਿਆਣ ਕਰ ਦਿੱਤੀ ਹੈ। ਹੁਣ ਮੈਂ ਮਾਤਾ ਜੀ ਮੈਂ ਗੰਦਰਬੀ ਦਾ ਜਿਹੜਾ ਰੂਪ ਸੀ ਫੇਰ ਦੁਬਾਰਾ ਪਾ ਲਿਆ ਹੈ ਅਤੇ ਹੁਣ ਮੈਂ ਸਵਰਗਾਂ ਨੂੰ ਆਪਣੇ ਘਰ ਨੂੰ ਜਾ ਰਹੀ ਹਾਂ। ਆਪ ਜੀ ਦੇ ਚਰਨਾਂ 'ਤੇ ਨਮਸਕਾਰ ਹੈ। ਛਤਰ ਤੁਮਾਰੋ ਪ੍ਰਿਥਿਆ ਜਾਨੋ, ਕਰੇ ਬੈਰ ਸਗਰੋ ਪਰਵਾਰ। ਐ ਮਾਤਾ ਜੀ ਮੈਂ ਤਾਂ ਚੱਲੀ ਹਾਂ, ਆਪ ਜੀ ਦੇ ਚਰਨਾਂ 'ਤੇ ਨਮਸਕਾਰ ਹੈ। ਇੱਕ ਗੱਲ ਜਾਂਦਿਆਂ ਆਪ ਜੀ ਦੇ ਚਰਨਾਂ ਵਿੱਚ ਕਹਿ ਰਹੀ ਹਾਂ ਕਿ ਆਪ ਜੀ ਦੇ ਜਿਹੜੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵੱਡੇ ਭਰਾਤਾ ਨੇ ਪ੍ਰਿਥੀ ਚੰਦ, ਉਹ ਤੇ ਉਹਨਾਂ ਦਾ ਸਾਰਾ ਪਰਿਵਾਰ ਆਪ ਜੀ ਦੇ ਪਰਿਵਾਰ ਨਾਲ ਬਹੁਤ ਵੈਰ ਕਰਦਾ ਹੈ। ਰਹੋ ਸੁਚੇਤ ਨਾ ਕਰੋ ਭਰੋਸਾ, ਜਿਉ ਕਿਉ ਠਾਨਹਿ ਗੋ ਅਪਕਾਰ। ਇਸ ਕਰਕੇ ਮਾਤਾ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਤੁਸੀਂ ਸਾਵਧਾਨ ਰਹਿਣਾ, ਸੁਚੇਤ ਹੋ ਕੇ ਰਹਿਣਾ। ਕੋਈ ਇਹਨਾਂ ਦਾ ਵਿਸਾਰ ਨਹੀਂ, ਕਦੇ ਕੋਈ ਵੀ ਮਾਤਾ ਜੀ ਇੱਕ ਮਾੜਾ ਕੰਮ ਕਰ ਸਕਦੇ ਹਨ ਅਤੇ ਆਪ ਜੀ ਦੇ ਪਰਿਵਾਰ ਨੂੰ ਕੋਈ ਨਾ ਕੋਈ ਬਾਲਕ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਜਿਵੇਂ ਕਿਵੇਂ ਵੀ ਹੋਵੇ ਇਹਨਾਂ ਨੇ ਬਸ ਯਤਨ ਕਰਕੇ ਆਪ ਜੀ ਦੇ ਪਰਿਵਾਰ ਨੂੰ ਹਾਨੀ ਪਹੁੰਚਾਉਣ ਦਾ ਹੀ ਯਤਨ ਕਰਨਾ ਹੈ। ਇਮ ਕਹਿ ਗਮਨ ਕੀਨ ਨਿਜ ਘਰ ਕੋ। ਇਸ ਤਰ੍ਹਾਂ ਕਹਿ ਕੇ ਸਾਧ ਸੰਗਤ ਜੀ ਉਹ ਜਿਹੜੀ ਦਾਈ ਸੀ ਆਪਣੇ ਨਿਜ ਘਰ ਕੋ ਭਾਉ ਆਪਣੀ ਪੁਰੀ ਨੂੰ ਚਲੀ ਗਈ। ਅਤ ਪ੍ਰਸੰਨ ਹੋਵੈ ਹਿਰਦੇ ਮਝਾਰ। ਤੇ ਜਾਂਦਿਆਂ ਜਾਂਦਿਆਂ ਆਪਣੀ ਕਲਿਆਣ ਹੋਈ ਜਾਣ ਕੇ ਅਤਿਅੰਤ ਪ੍ਰਸੰਨ ਹੋ ਕੇ ਚੱਲ ਪਈ। ਅਜਰ ਬਿਖੈ ਤ੍ਰੇ ਬ੍ਰਿੰਦ ਮਿਲੀ ਤਬ। ਜਿੰਨੀਆਂ ਬੀਬੀਆਂ ਇਸਤਰੀਆਂ ਮਾਤਾ ਜੀ ਦੇ ਨਾਲ ਸਨ ਉਹ ਸਾਰੀਆਂ ਵਿਹੜੇ ਵਿੱਚ ਜਿਹੜੇ ਸਨ ਇਕੱਤਰ ਹੋਈਆਂ ਆ ਕੇ ਮਿਲੀਆਂ। ਸੁਨ ਸਭ ਭੇਵ ਰਹੀ ਬਿਸਮਾਏ। ਸਾਰਾ ਜਿਹੜਾ ਭੇਦ ਸੀ ਨਾ ਉਹ ਦਾਈ ਦਾ, ਉਹ ਸਾਰਾ ਭੇਦ ਅਤੇ ਪ੍ਰਿਥੀ ਚੰਦ ਦਾ ਜਿਹੜਾ ਭਾਜ ਸੀ, ਕਰਮੋ ਦਾ ਜਿਹੜਾ ਭਾਜ ਸੀ, ਜਦੋਂ ਸਾਰਿਆਂ ਦੇ ਅੱਗੇ ਪ੍ਰਗਟ ਹੋ ਗਿਆ ਤੇ ਉਸ ਵੇਲੇ ਸਾਧ ਸੰਗਤ ਜੀ ਸਾਰੇ ਆਪਸ ਵਿੱਚ ਬੈਠ ਕੇ ਗੱਲਾਂ ਵੀ ਕਰਦੇ ਨੇ ਤੇ ਬੜੇ ਹੈਰਾਨ ਹੋ ਰਹੇ ਹਨ। ਤਿਕ ਤਿਕ ਕਰਮੋ ਕੀਨ ਕੋ ਕਰਮੋ। ਤੇ ਕਹਿ ਰਹੇ ਹਨ ਆਪਸ ਵਿੱਚ ਗੱਲਾਂ ਕਰਦੇ ਨੇ, ਲਾਹਨਤ ਹੈ ਬੀਬੀ ਕਰਮੋ ਦੇ ਉੱਤੇ, ਇਹਨਾਂ ਨੂੰ ਧਿਰਕਾਰ ਹੈ ਜਿਨ੍ਹਾਂ ਨੇ ਬਹੁਤ ਮਾੜਾ ਕਰਮ ਕੀਤਾ ਹੈ ਇਹ ਕੰਮ ਕਰਨ ਦੇ ਨਾਲ। ਹਤੇ ਬਾਲ ਕਿਆ ਕਰਮੋ ਆਏ। ਬਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਾਲਕ ਨੂੰ ਮਾਰ ਕੇ ਇਹਨਾਂ ਦੇ ਹੱਥ ਕੀ ਆਉਣਾ ਸੀ, ਕੀ ਮਿਲਣਾ ਸੀ ਇਸ ਮਾੜੀ ਨੂੰ, ਇਸ ਭੈੜੀ ਕਰਮੋਂ ਨੂੰ। ਪਰਾ ਲਬਦ ਪਰ ਨਿਸ਼ਚੈ ਨਾਹਿਨ। ਇਹਨਾਂ ਨੂੰ ਆਪਣੀ ਕਿਸਮਤ ਦੇ ਉੱਤੇ ਕੋਈ ਵੀ ਭਰੋਸਾ ਨਹੀਂ ਹੈ, ਨਿਸ਼ਚਾ ਨਹੀਂ ਹੈ। ਪਾਪ ਮਤੀ ਔਰ ਮਹਿ ਪ੍ਰਗਟਾਏ। ਇਹਨਾਂ ਦੀ ਜਿਹੜੀ ਮਤ ਹੈ ਇਹਨਾਂ ਦੇ ਹਿਰਦੇ ਵਿੱਚ ਨਾ ਪਾਪ ਵਾਲੀ ਮਤ ਪੈਦਾ ਹੋ ਗਈ ਹੈ। ਜਿਵੇਂ ਗੁਰਮੁਖਾਂ ਦੇ ਹਿਰਦਿਆਂ ਵਿੱਚ ਸਾਧ ਸੰਗਤ ਜੀ ਕਦੇ ਵੀ ਭੈੜੀ ਵਿਚਾਰ ਮਾੜੀ ਵਿਚਾਰ ਪੈਦਾ ਨਹੀਂ ਹੁੰਦੀ, ਪਰ ਜਿਨ੍ਹਾਂ ਦੇ ਮਨ ਵਿੱਚ ਪਾਪ ਹੈ ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਇਹੋ ਜਿਹੇ ਭੈੜੇ ਵਿਚਾਰ ਪਾਪ ਵਾਲੀਆਂ ਵਿਚਾਰਾਂ ਹੀ ਚੱਲਦੀਆਂ ਹਨ। ਸੋ ਇਹ ਜਿਹੜੀ ਬੀਬੀ ਕਰਮੋ ਅਤੇ ਬਾਬਾ ਪ੍ਰਿਥੀ ਚੰਦ ਹੈ, ਸਾਰੀਆਂ ਬੀਬੀਆਂ ਆਪਸ ਵਿੱਚ ਮਾਤਾਵਾਂ ਭੈਣਾਂ ਗੱਲਾਂ ਕਰਦੀਆਂ ਹਨ ਕਿ ਇਹਨਾਂ ਦੇ ਮਨ ਵਿੱਚ ਜੋ ਹੈ ਉਹ ਪਾਪ ਵਾਲੀਆਂ ਵਿਚਾਰਾਂ ਹੀ ਪੈਦਾ ਹੋ ਗਈਆਂ, ਪ੍ਰਗਟ ਹੋ ਗਈਆਂ ਹਨ। ਪਰਮੇਸ਼ਰ ਜਿਨ ਕੀਰ ਸਹਾਈ। ਹਾਂ, ਜਿਨ੍ਹਾਂ ਦਾ ਅਕਾਲ ਪੁਰਖ ਪਰਮਾਤਮਾ ਸਹਾਇਕ ਹੋਵੇ ਉਹਨਾਂ ਨੂੰ ਕੌਣ ਕੀ ਕੁਛ ਕਰ ਸਕਦਾ ਹੈ। ਜਿਨ੍ਹਾਂ ਦਾ ਸਹਾਇਕ ਅਕਾਲ ਪੁਰਖ ਵਾਹਿਗੁਰੂ ਹੈ। ਬੰਕ ਰੋਮ ਕੋ ਕਰ ਨਾ ਸਕਾਏ। ਹਾਂ, ਫਿਰ ਉਹਨਾਂ ਦਾ ਜਿਹੜਾ ਰੋਮ ਹੈ, ਵਾਲ ਹੈ, ਉਹ ਵੀ ਕੋਈ ਵਿੰਗਾ ਨਹੀਂ ਕਰ ਸਕਦਾ। ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਕੋਲ ਪਰਮਾਤਮਾ ਹੈ, ਜਿਨ੍ਹਾਂ ਦੀ ਰੱਖਿਆ ਵਾਸਤੇ ਪਰਮਾਤਮਾ ਆਪ ਖੜਿਆ ਹੈ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਉਹਨਾਂ ਦਾ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕਦਾ। ਜਿਵੇਂ ਪਾਤਸ਼ਾਹ ਜੀ ਦਾ ਬਚਨ ਗੁਰੂ ਕਲਗੀਧਰ ਮਹਾਰਾਜ ਜੀ ਦਾ, ਜਿਸਨੂੰ ਸਾਜਨ ਰਾਖਸੀ ਦੁਸ਼ਮਨ ਕੌਣ ਵਿਚਾਰ। ਵਿਚਾਰਾ ਦੁਸ਼ਮਨ ਕੀ ਹੈ, ਜਿਸ ਦੀ ਸਹਾਇਤਾ ਵਾਸਤੇ ਸਾਜਨ ਪੁਰਖ ਭਾਉ ਪਰਮਾਤਮਾ ਹੈ ਬੈਠਾ। ਪਰਮਾਤਮਾ ਜਿਸ ਦੀ ਸਹਾਇਤਾ ਵਾਸਤੇ ਖੜਿਆ ਹੈ, ਸੰਸਾਰੀ ਬੰਦਾ ਵੈਰੀ ਕੀ ਕਰ ਸਕਦਾ ਹੈ। ਛੁਐ ਨਾ ਸਕੈ ਤਹਿ ਛਾਹੇ ਕਾ। ਉਸ ਵੈਰੀ ਦੀ ਸ਼ਾਹੀ, ਸ਼ਾਹਿਆ ਤੋਂ ਭਾਉ ਪਰਛਾਵਾਂ, ਉਹਦਾ ਪਰਛਾਵਾ ਵੀ ਕਿਸੇ ਨੂੰ ਕੁਛ ਨਹੀਂ ਕਰ ਸਕਦਾ ਜੇ ਪਰਮਾਤਮਾ ਸਾਧ ਸੰਗਤ ਜੀ ਨਾਲ ਹੈ। ਛੁਐ ਨਾ ਸਕੈ ਤਹਿ ਛਾਹੇ ਕੋ ਨਿਹਫਲ ਜਾਏ ਗਵਾਰ। ਉਸ ਗਵਾਰ ਵੈਰੀ ਦੇ ਕੀਤੇ ਹੋਏ ਲੱਖਾਂ ਕਰੋੜਾਂ ਵਾਰ ਵੀ ਵਿਅਰਥ ਚਲੇ ਜਾਂਦੇ ਹਨ। ਜੇ ਸਾਧੂ ਸ਼ਰਣੀ ਪਰੇ
ਤਿਨਕੇ ਕਵਨ ਵਿਚਾਰ, ਦੰਤ ਜੀਭ ਜਿਮ ਰੱਖ ਹੈ, ਦੁਸ਼ਟ ਅਰਿਸ਼ਟ ਸੰਘਾਰ। ਜਿਵੇਂ ਸਾਧ ਸੰਗਤ ਜੀ ਦੰਦਾਂ ਦੇ ਵਿੱਚ ਜੀਭ ਸਾਧ ਸੰਗਤ ਜੀ ਕਿਵੇਂ ਉਹ ਬਚੀ ਰਹਿੰਦੀ ਹੈ, ਇਸੇ ਤਰ੍ਹਾਂ ਪਰਮਾਤਮਾ ਆਪਣੇ ਪਿਆਰਿਆਂ ਨੂੰ ਬਚਾ ਕੇ ਰੱਖਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਜ਼ਫਰਨਾਮਿਆਂ ਦਾ ਇੱਕ ਬਚਨ ਹੈ। ਸੱਚੇ ਪਾਤਸ਼ਾਹ ਜੀ ਆਖਦੇ ਨੇ, ਜੇ ਹੱਕ ਵਿੱਚ ਮਾਲਕ ਹੋਵੇ, ਹਕੇ ਯਾਰ ਬਾਸ਼ਤ, ਕਹਿੰਦੇ ਹੱਕ ਵਿੱਚ ਜੇ ਪਰਮਾਤਮਾ ਹੋਵੇ ਤਾਂ ਕਹਿੰਦੇ ਸੈਂਕੜੇ ਵੈਰੀ ਵੀ ਕਿਉਂ ਨਾ ਤੇਰੇ ਤੇ ਚੜ੍ਹ ਕੇ ਆ ਜਾਣ, ਪਰ ਤੇਰਾ ਕੁਝ ਵੀ ਵਿਗਾੜ ਨਹੀਂ ਸਕਦੇ। ਸੋ ਇੱਥੇ ਸਾਰੀਆਂ ਬੀਬੀਆਂ ਔਰਤਾਂ ਗੱਲਾਂ ਕਰ ਰਹੇ ਹਨ ਕਿ ਜਿਨ੍ਹਾਂ ਦਾ ਸਹਾਇਕ ਆਪ ਪਰਮਾਤਮਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਨ, ਉਹਨਾਂ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਲੱਗਿਓ ਕਲੰਕ ਕੁਲੀ ਅਕਲੰਕ ਜੋ। ਹਾਂ, ਜਿਹੜੀ ਕੁੱਲ ਸੀ ਨਾ ਸੋਢੀਆਂ ਦੀ ਪਾਵਨ ਕੁੱਲ, ਉਸ ਕੁੱਲ ਦੇ ਅੰਦਰ ਜੋ ਬਾਬਾ ਪ੍ਰਿਥੀ ਚੰਦ ਹੈ ਇਹ ਕਲੰਕ ਰੂਪ ਬਣ ਗਿਆ, ਭਾਵ ਇਹ ਕਲੰਕ ਹੋ ਗਿਆ ਹੈ ਕੁੱਲ ਦੇ ਵਾਸਤੇ। ਮਤ ਸਰ ਪਾਵਕ ਜਰਤ ਮਹਾਨ। ਹਮੇਸ਼ਾ ਹੀ ਇਹ ਈਰਖਾਂ ਦੀ ਜਿਹੜੀ ਮਹਾਨ ਅਗਨੀ ਦੇ ਵਿੱਚ ਸੜਦੇ ਹਨ। ਵੱਡੇ ਭਾਗ ਇਨਕੇ ਸਭ ਰੀਤੀ। ਇਧਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਹਰ ਪੱਖੋਂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਭਾਗ ਨੇ ਵੱਡੇ ਹਨ। ਤੇ ਦੇਖੋ ਇਹਨਾਂ ਦੀਆਂ ਕੀਤੀਆਂ ਹੋਈਆਂ ਰੀਤੀਆਂ ਮਰਿਆਦਾ ਜਿੰਨੇ ਵੀ ਕਰਮ ਹਨ ਉਹ ਵੀ ਉੱਤਮ ਨੇ, ਉਹ ਵੀ ਚੰਗੇ ਹਨ। ਪਿਤਾ ਪ੍ਰੇਮ ਤੇ ਕੁਰਦਾ ਦਾਨ। ਹਾਂ, ਜਿਹੜਾ ਗੁਰਿਆਈ ਦਾ ਗੁਰਗੱਦੀ ਦਾ ਦਾਨ ਤੋਂ ਭਾਵ ਦਾਤ ਸੀ ਨਾ ਗੁਰਤਾ ਦੀ, ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸੇਵਾ ਕਰਕੇ ਪਿਤਾ ਜੀ ਦੀ ਖੁਸ਼ੀ ਲੈ ਕੇ ਬੜੇ ਪ੍ਰੇਮ ਦੇ ਸਹਿਤ ਇਹ ਦਾਤ ਪ੍ਰਾਪਤ ਕੀਤੀ। ਕਿੰਨੇ ਛਲ ਕੀਤੇ ਪਿੱਛੇ ਆਪ ਜੀ ਲੜੀ ਰੂਪ ਵਿੱਚ ਜਿਹੜੇ ਨਿਤ ਦੇ ਸਰੋਤੇ ਜਨ ਹਨ ਉਹਨਾਂ ਨੇ ਸਰਵਣ ਕੀਤਾ ਹੋਵੇਗਾ ਕਿ ਕਿੰਨੇ ਛਲ ਕੀਤੇ ਸਨ ਬਾਬਾ ਪ੍ਰਿਥੀ ਚੰਦ ਜੀ ਨੇ। ਕਿੰਨਾ ਜ਼ੋਰ ਲਾਇਆ ਸੀ ਪੈਸਿਆਂ ਦਾ, ਹਰ ਪੱਖੋਂ ਉਹਨਾਂ ਨੇ ਜ਼ੋਰ ਲਾਇਆ। ਜਿਸ ਵੇਲੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਸਤਿਕਾਰਯੋਗ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਬਖਸ਼ ਦਿੱਤੀ, ਆ ਕੇ ਝਗੜਾ ਵੀ ਕੀਤਾ। ਪਿਤਾ ਜੀ ਨੂੰ ਬਹੁਤ ਤਰ੍ਹਾਂ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕੌੜੇ ਸ਼ਬਦ ਵੀ ਕਹੇ ਤੇ ਮਹਾਰਾਜ ਨੇ ਬਚਨ ਵੀ ਕੀਤਾ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬੜੀ ਰੇ ਤੁਮ ਹੋ ਤਿਨ ਸਿਉ ਝਗਰਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਇਉਂ ਜਦੋਂ ਸਾਧ ਸੰਗਤ ਜੀ ਸਮਝਾਇਆ, ਬੜੀਆਂ ਗੱਲਾਂ ਕਰਕੇ ਉੱਥੋਂ ਬਾਬਾ ਪ੍ਰਿਥੀ ਚੰਦ ਚਲੇ ਗਏ ਸਨ। ਇਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇੰਨਾ ਪਿਆਰ ਦੇ ਨਾਲ ਸੇਵਾ ਕੀਤੀ, ਪਿਤਾ ਸਤਿਗੁਰੂ ਦੀ ਆਗਿਆ ਮੰਨੀ, ਆਗਿਆ ਮੰਨ ਕੇ ਆਪਣੇ ਪਿਤਾ ਸਤਿਗੁਰੂ ਜੀ ਤੋਂ ਦੂਰ ਰਹੇ। ਲਾਹੌਰ ਦੀ ਧਰਤੀ ਤੇ 3 ਵਾਰ ਚਿੱਠੀ ਬਾਣੀ ਦੇ ਸ਼ਬਦ ਲਿਖ ਕੇ ਭੇਜੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਬਾਰ-ਬਾਰ ਬੇਨਤੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਯ ਤੁਧ ਭਗਵੰਤਾ। ਬਾਰ-ਬਾਰ ਜਦੋਂ ਬੇਨਤੀਆਂ ਕੀਤੀਆਂ, ਉਹਨਾਂ ਪਰਚੀਆਂ ਨੂੰ ਬਾਬਾ ਪ੍ਰਿਥੀ ਚੰਦ ਨੇ ਈਰਖਾ ਦੇ ਵਿੱਚ ਆ ਕੇ ਲੁਕੋ ਦਿੱਤਾ ਕਿ ਇਹ ਤਾਂ ਬਾਣੀ ਵੀ ਰਚਣ ਲੱਗ ਪਿਆ। ਇਸ ਤਰ੍ਹਾਂ ਆਪਣਾ ਜਿਹੜਾ ਡਰ ਸੀ ਨਾ ਉਹਨਾਂ ਨੂੰ ਖਾਈ ਜਾਂਦਾ ਸੀ, ਛਲ ਕਰਕੇ ਉਹ ਰੱਖ ਲੈ। ਪਰ ਮਹਾਰਾਜ ਜਿਹੜਾ ਤੀਸਰਾ ਬੰਦ ਸੀ ਸ਼ਬਦ ਦਾ, ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਿੱਖ ਨੂੰ ਕਿਹਾ ਕਿ ਇਹ ਤਾਂ ਸਿਰਫ ਪਿਤਾ ਸਤਿਗੁਰੂ ਦੇ ਹੱਥ ਵਿੱਚ ਦੇਣਾ। ਜਦੋਂ ਉਹ ਸਾਧ ਸੰਗਤ ਜੀ ਤੀਸਰੀ ਪਰਚੀ ਜਿਹੜੀ ਸੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਹੱਥਾਂ ਵਿੱਚ ਆਈ, ਉਹਨਾਂ ਨੇ ਬਾਣੀ ਦੀ ਪੰਕਤੀ ਜਦੋਂ ਸੁਣੀ, ਪੜ੍ਹਦਾ ਕੀਤੀ, ਫਿਰ ਸਾਰਾ ਭਾਜ ਪ੍ਰਿਥੀ ਚੰਦ ਦਾ ਉਗੜ ਗਿਆ। ਉਹ ਸ਼ਬਦਾਂ ਦੇ ਵਿੱਚੋਂ ਜਿਹੜਾ ਪ੍ਰੇਮ ਸੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਹਿਰਦੇ ਵਿੱਚ, ਉਹ ਪ੍ਰੇਮ ਆਪ ਜੀ ਨੇ ਜਾਣਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਕੇ ਬੁਲਾਇਆ ਤੇ ਆਪਣੇ ਥਾਂ ਤੇ ਬਿਠਾ ਕੇ ਗੁਰਤਾ ਦੇ ਕੇ ਆਖਿਆ ਕਿ ਹੁਣ ਸ਼ਬਦ ਪੂਰਾ ਕਰੋ, ਅਗਲੀ ਪੰਕਤੀ ਜਿਹੜੀ ਉਹ ਤੁਸੀਂ ਉਚਾਰਨ ਕਰੋ। ਕਹਿਣ ਦਾ ਭਾਵ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬੜੇ ਪ੍ਰੇਮ ਦੇ ਸਹਿਤ ਇਹ ਜਿਹੜੀ ਗੁਰਤਾ ਹੈ, ਗੁਰਤਾ ਦੀ ਦਾਤ ਹੈ, ਉਹ ਪ੍ਰਾਪਤ ਕੀਤੀ ਹੈ। ਉੱਤਮ ਕਰਮ ਕਰਤ ਹੈ ਨਿਸ ਦਿਨ। ਤੇ ਅਜੇ ਵੀ ਰਾਤ ਦਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉੱਤਮ ਕਰਮ, ਸ੍ਰੇਸ਼ਟ ਕਰਮ ਸਿੱਖਾਂ ਦੇ ਭਲੇ ਵਾਸਤੇ, ਲੋਕਾਂ ਦੇ ਭਲੇ ਵਾਸਤੇ ਕਰਦੇ ਹਨ। ਸਤਨਾਮ ਕੋ ਸਿਮਰਨ ਠਾਨ। ਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਜਪਾਉਂਦੇ ਹਨ, ਸਾਰਿਆਂ ਨੂੰ ਕਰਾਉਂਦੇ ਹਨ। ਚਹੂ ਕੋਦ ਤੇ ਸੰਪਰਬੋਧ ਕੇ। ਕਹਿੰਦੇ ਪਯੋਦ ਆਖਦੇ ਨੇ ਬੱਦਲ ਦੇ ਵਾਂਗ,
ਸਮੂਹ ਕੋਦ ਚਹੂ ਕੋਦ ਤੇ ਚਾਰ ਚੁਫੇਰੇ ਚਾਰੇ ਪਾਸੇ ਤੋਂ ਬੱਦਲ ਦੇ ਵਾਂਗ। ਪਾਏ ਪ੍ਰਮੋਦ ਦੇਤ ਧਨ ਆਨ। ਗੁਰੂ ਕੀਆਂ ਸੰਗਤਾਂ ਗੁਰੂ ਕੇ ਸਿੱਖ ਸੇਵਕ ਨਾ ਚਾਰ ਚੁਫੇਰੇ ਤੋਂ ਭਾਵ ਹਰ ਪਾਸੇ ਤੋਂ ਬੱਦਲ ਦੇ ਵਾਂਗ ਉਮੜ ਕੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਹੋ ਕੇ ਆਪਣੇ ਤਿਲ ਫੁੱਲ ਜੋ ਵੀ ਭੇਟਾ ਆਪਣੀਆਂ ਸਮਰੱਥਾ ਅਨੁਸਾਰ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕਰਦੇ ਨੇ। ਇਹਦੇ ਵਾਸਤੇ ਵੀ ਪ੍ਰਿਥੀ ਚੰਦ ਜੀ ਨੇ ਬਹੁਤ ਜ਼ੋਰ ਲਾਇਆ ਕਿ ਜਿੰਨੀ ਵੀ ਕਾਰ ਭੇਟ ਹੈ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਤੱਕ ਨਾ ਪੁੱਜੇ। ਉਹਨਾਂ ਨੇ ਸਾਧ ਸੰਗਤ ਜੀ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਨਾਕਾਬੰਦੀ ਕਰ ਦਿੱਤੀ ਸੀ। ਆਪਣੇ ਜਿਹੜੇ ਮਸੰਦ ਆਦਿਕ ਸਨ ਉਹਨਾਂ ਨੂੰ ਖੜੇ ਕਰਦਾ ਸੀ। ਜੋ ਵੀ ਦਰਸ਼ਨਾਂ ਨੂੰ ਆਉਂਦਾ ਉਹ ਫੜ ਕੇ ਪਹਿਲਾਂ ਬਾਬੇ ਪ੍ਰਿਥੀ ਚੰਦ ਜੀ ਕੋਲ ਲਿਆਂਦੇ ਸਨ। ਉਹ ਸਾਰੀਆਂ ਭੇਟਾਂ ਇੱਥੇ ਰੱਖ ਜਾਣੀਆਂ ਅਤੇ ਲੰਗਰ ਛਕਣ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੋਲ ਜਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਲੰਗਰਾਂ ਵਿੱਚ ਭੇਜ ਦੇਣਾ। ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਸਤਿਕਾਰਯੋਗ ਭਾਈ ਗੁਰਦਾਸ ਜੀ ਨੇ ਕਮਰ ਕਸਾ ਕੀਤਾ ਅਤੇ ਉਹਨਾਂ ਨੇ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਕੇ ਪਹਿਲਾ ਜਿਹੜਾ ਹੁਕਮਨਾਮਾ ਸੀ ਨਾ ਮਹਾਰਾਜ ਜੀ ਦੇ ਗੁਰਤਾ 'ਤੇ ਬੈਠਣ ਤੋਂ ਬਾਅਦ ਉਹ ਜਾਰੀ ਕਰਾਇਆ ਇੱਕ ਤਰ੍ਹਾਂ ਦੇ ਨਾਲ। ਅਤੇ ਉਸ ਵੇਲੇ ਉਹ ਸਾਡੇ ਇਤਿਹਾਸ ਦੇ ਸ਼ਬਦ ਨੇ ਭਾਈ ਗੁਰਦਾਸ ਜੀ ਨੇ ਸਾਰੇ ਮਸੰਦ ਜਿਸ ਜਿਸ ਥਾਂ 'ਤੇ ਸਨ ਸਿੱਖੀ ਦਾ ਪ੍ਰਚਾਰ ਕਰਦੇ ਸਨ ਉਹਨਾਂ ਨੂੰ ਫਿਰ ਲਿਖ ਕੇ ਭੇਜਿਆ। ਗੁਰ ਕੀ ਕਾਰ ਨ ਦੇਵੈ ਜੋਏ ਗੁਰ ਤਾਤੇ ਖਾਰਿਜ ਹੈ ਸੋਏ। ਕਹਿੰਦੇ ਜਿਹੜਾ ਵੀ ਗੁਰੂ ਮਹਾਰਾਜ ਜੀ ਦੀ ਦਸਵੰਧ ਦੀ ਭੇਟਾ ਜਿਹੜਾ ਵੀ ਮਸੰਦ ਜਾਂ ਜਿਹੜਾ ਵੀ ਸਿੱਖ ਲਿਆ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਨਹੀਂ ਭੇਟ ਕਰਦਾ ਕਹਿੰਦੇ ਉਹ ਗੁਰਤਾ ਤੋਂ ਖਾਰਜ ਹੈ। ਗੁਰਤਾ ਤੋਂ ਭਾਵ ਗੁਰੂ ਵੱਲੋਂ ਉਹ ਖਾਰਜ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਹ ਸਿੱਖ ਨਹੀਂ ਅਤੇ ਉਹ ਮਸੰਦ ਵੀ ਆਪਣੀ ਪਦਵੀ ਤੋਂ ਖਾਰਜ ਹੈ। ਅੱਜ ਤੋਂ ਬਾਅਦ ਉਹ ਮਸੰਦ ਨਹੀਂ। ਗੁਰ ਕੀ ਕਾਰ ਨ ਦੇਵਹਿ ਜੋਏ ਗੁਰਤਾ ਤੇ ਖਾਰਜ ਹੈ ਸੋਏ। ਜੋ ਸਤਿਗੁਰ ਕੇ ਸਿੱਖ ਕਹਾਵੈ ਸ੍ਰੀ ਅਰਜਨ ਕੇ ਨਿਕਟ ਪੁਜਾਵੈ। ਜਦੋਂ ਇਹ ਸਾਧ ਸੰਗਤ ਜੀ ਭਾਈ ਸਾਹਿਬ ਜੀ ਨੇ ਕਮਰ ਕਸਾ ਕੀਤਾ ਨਾ ਬੜੇ ਔਖੇ ਹੋਏ ਪ੍ਰਿਥੀ ਚੰਦ ਬਹੁਤ ਔਖੇ ਹੋ ਕੇ ਪਹਿਲਾਂ ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਬਹੁਤ ਬੋਲ ਕੁਬੋਲ ਬੋਲੇ। ਫਿਰ ਭਾਈ ਗੁਰਦਾਸ ਜੀ ਕੋਲ ਵੀ ਆਏ ਉਹਨਾਂ ਨੂੰ ਵੀ ਬੜੇ ਸ਼ਬਦ ਕਹੇ ਪਰ ਭਾਈ ਸਾਹਿਬ ਜੀ ਨੇ ਸਮਝਾਇਆ ਕਿਉਂਕਿ ਦੁਨਿਆਵੀ ਤੌਰ 'ਤੇ ਮਾਮਾ ਜੀ ਲੱਗਦੇ ਸਨ ਭਾਈ ਗੁਰਦਾਸ ਜੀ। ਉਹਨਾਂ ਨੇ ਆ ਕੇ ਸਮਝਾਇਆ ਕਿ ਪੁੱਤ ਪ੍ਰਿਥੀ ਚੰਦ ਦੇਖ ਬੱਚੇ ਖੇਡਾਂ ਵਿੱਚ ਖੇਡ ਵਿੱਚ ਨਾ ਕੋਈ ਬੱਚਾ ਰਾਜਾ ਬਣ ਜਾਂਦਾ ਕਹਿੰਦੇ ਕੋਈ ਬੱਚਾ ਬਾਦਸ਼ਾਹ ਬਣ ਜਾਂਦਾ ਕੋਈ ਜਰਨੈਲ ਬਣ ਜਾਂਦਾ। ਕਹਿੰਦੇ ਉਹਨਾਂ ਕਿੰਨੇ ਸਮੇਂ ਤੱਕ ਜਿੰਨੇ ਸਮੇਂ ਤੱਕ ਇਹ ਖੇਡ ਨੇ ਰਹਿਣਾ ਹੈ। ਜਦੋਂ ਖੇਡ ਬੱਚਿਆਂ ਦੀ ਸਮਾਪਤ ਕੋਈ ਰਾਜਾ ਨਹੀਂ ਕੋਈ ਬਾਦਸ਼ਾਹ ਨਹੀਂ ਕੋਈ ਜਰਨੈਲ ਨਹੀਂ ਕੋਈ ਸਿਪਾਹੀ ਨਹੀਂ ਸਭ ਸਮਾਪਤ। ਕਹਿੰਦੇ ਤੂੰ ਆਪਣੇ ਆਪ ਨੂੰ ਗੁਰੂ 'ਤੇ ਕਹਾ ਰਿਹਾ ਹੈ ਆਪਣੇ ਆਪ ਨੂੰ ਗੁਰੂ ਕਹਾ ਕੇ ਤੂੰ ਆਪਣੀ ਪੂਜਾ ਕਰਾਉਣ ਦਾ ਯਤਨ ਕਰ ਰਿਹਾ ਹੈ। ਠੀਕ ਹੈ ਤੂੰ ਗੱਦੀ ਲਾ ਲਈ ਹੈ ਬੈਠ ਗਿਆ ਹੈ ਸਿੱਖਾਂ ਦੇ ਕੋਲੋਂ ਦਸਵੰਧ ਦੀ ਮਾਇਆ ਵੀ ਲੈ ਰਿਹਾ ਹੈ ਪਰ ਦੇਖ ਜਿਸ ਵੇਲੇ ਸਿੱਖਾਂ ਦੇ ਹਿਰਦੇ ਦੀ ਬੁੱਝਣ ਦੀ ਗੱਲ ਆਵੇਗੀ ਫਿਰ ਕੀ ਕਰੇਗਾ। ਸਿੱਖਾਂ ਦੇ ਹਿਰਦੇ ਦੀ ਜਾਣਨ ਦੀ ਗੱਲ ਆਵੇਗੀ ਫਿਰ ਕੀ ਕਰੇਗਾ। ਇਹ ਤਾਂ ਅੰਤਰਜਾਮੀ ਸਤਿਗੁਰ ਪੂਰਾ ਇਹ ਤਾਂ ਪੂਰਾ ਗੁਰੂ ਹੀ ਜੋ ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ। ਇਹ ਤਾਂ ਪੂਰਾ ਗੁਰੂ ਹੀ ਆਪਣੇ ਸਿੱਖਾਂ ਦੇ ਅਵਸਥਾ ਨੂੰ ਆਪਣੇ ਸਿੱਖਾਂ ਦੀ ਭਾਵਨਾ ਨੂੰ ਆਪਣੇ ਸਿੱਖਾਂ ਦੀਆਂ ਹਿਰਦੇ ਦੀਆਂ ਜਾਣਨ ਵਾਲਾ ਇਹ ਤਾਂ ਪੂਰਾ ਗੁਰੂ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਇਹ ਤੇਰਾ ਛਲ ਕਪੜ ਉਦੋਂ ਕਿਸੇ ਕੰਮ ਦਾ ਨਹੀਂ। ਇਸ ਤਰ੍ਹਾਂ ਦੀ ਜਦੋਂ ਗੱਲ ਆਖੀ ਨਾ ਪ੍ਰਿਥੀ ਚੰਦ ਹੋਰ ਔਖੇ ਹੋ ਗਏ। ਉੱਥੋਂ ਵੀ ਭਾਈ ਸਾਹਿਬ ਜੀ ਨੂੰ ਬੜੀਆਂ ਗੱਲਾਂ ਕਰਕੇ ਉੱਥੋਂ ਚਲੇ ਗਏ। ਸੋ ਉਹੀ ਗੱਲ ਇੱਥੇ ਸਾਧ ਸੰਗਤ ਜੀ ਇਹ ਸਾਰੀਆਂ ਔਰਤਾਂ ਬੀਬੀਆਂ ਕਰਦੀਆਂ ਹਨ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਚਾਰ ਚੁਫੇਰੇ ਤੋਂ ਸੰਗਤਾਂ ਮਾਇਆ ਭੇਟਾਂ ਅਰਪਣ ਕਰਦੀਆਂ ਹਨ। ਪਾਵਨ ਪਦ ਪੰਕਜ ਕੋ ਪੂਜਤ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਪਾਵਨ ਪਵਿੱਤਰ ਚਰਨ ਕਮਲ ਹਨ ਉਹਨਾਂ ਚਰਨਾਂ ਕਮਲਾਂ ਨੂੰ ਪੂਜਦੇ ਹਨ। ਅਨਗਨ ਸੰਗਤ ਭੇਟ ਚੜਾਏ ਅਣਗਿਣਤ ਚਾਰੇ ਪਾਸਿਆਂ ਤੋਂ ਭਾਵ ਹਰ ਪਾਸੇ ਤੋਂ ਸੰਗਤਾਂ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਭੇਟਾਂ ਚੜਾਉਂਦੀਆਂ ਹਨ। ਤਉ ਨ ਮਾਨ ਕਰੇ ਇਹੋ ਦੰਪਤ ਦੇਖੋ ਇੰਨੀ ਵਡਿਆਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਸਾਰੇ ਪਰਿਵਾਰ ਨੂੰ ਮਿਲਦੀ ਹੈ। ਕਹਿੰਦੇ ਇੰਨੀ ਵਡਿਆਈ ਪ੍ਰਾਪਤ ਹੋ ਕੇ ਵੀ
ਕਦੇ ਵੀ ਇਹ ਦੰਪਤੋ ਭਾਓ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੇ ਸਤਿਕਾਰਯੋਗ ਮਾਤਾ ਜੀ ਕੋਈ ਵੀ ਕਿਸੇ ਵੀ ਚੀਜ਼ ਦਾ ਇਹਨਾਂ ਨੂੰ ਮਾਣ ਨਹੀਂ, ਕਿਸੇ ਤਰ੍ਹਾਂ ਦਾ ਹੰਕਾਰ ਨਹੀਂ। ਆਪਣੇ ਆਪ ਨੂੰ ਫੇਰ ਵੀ ਸੰਗਤਾਂ ਦੇ ਚਰਨਾਂ ਦੇ ਸੇਵਕ ਧੂੜੀ ਮੰਨਦੇ ਹਨ। ਸਾਧ ਸੰਗਤ ਜੀ ਸੰਸਾਰ ਦੇ ਵਿੱਚ ਜਿਹੜਾ ਵੀ ਸਾਧ ਸੰਗਤ ਜੀ ਜੇ ਕਿਸੇ ਦੀ ਅਵਸਥਾ ਜਾਣਨੀ ਹੋਵੇ ਨਾ ਤੇ ਉਹਦੇ ਗੁਣਾਂ ਕਰਕੇ ਜਾਣੀ ਜਾਂਦੀ ਹੈ। ਜਿਹੜਾ ਇਨਸਾਨ, ਜਿਹੜਾ ਬੰਦਾ, ਜਿਹੜਾ ਮਨੁੱਖ ਹੰਕਾਰ ਕਰੇ ਆਪਣੀ ਪਦਵੀ ਨੂੰ ਦੇਖ ਕੇ, ਆਪਣੇ ਅਹੁਦੇ ਨੂੰ ਦੇਖ ਕੇ, ਫਿਰ ਸਾਧ ਸੰਗਤ ਜੀ ਉਹ ਗੁਨਾਹ ਕਰਕੇ ਹੀ ਅਸਲ ਵਿੱਚ ਸੰਸਾਰ ਵਿੱਚ ਬੰਦਾ ਪੂਜਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇਖੋ ਸਾਰੀਆਂ ਔਰਤਾਂ ਗੱਲਾਂ ਕਰਦੀਆਂ ਨੇ ਆਪਸ ਵਿੱਚ ਕਿ ਇਹ ਇੰਨਾ ਮਾਣ, ਇੰਨਾ ਸਤਿਕਾਰ, ਸਾਰੀ ਲੁਕਾਈ ਚਰਨਾਂ ਵਿੱਚ ਆ ਕੇ ਝੁਕਦੀ ਹੈ, ਪਰ ਫਿਰ ਵੀ ਇਹ ਮਾਣ ਨਹੀਂ ਕਰਦੇ। ਪਰ ਪ੍ਰਿਥੀ ਚੰਦ ਤੇ ਕਰਮੋ ਇਹ ਪਤਾ ਨਹੀਂ ਕਿਹੜੀਆਂ ਗੱਲਾਂ ਦਾ ਹੰਕਾਰ ਕਰ ਰਹੇ ਹਨ। ਸਭ ਕੋ ਸੁਖ ਦੇ ਸਰਲ ਸੁਭਾਏ, ਕਹਿੰਦੇ ਸਹਿਜ ਸੁਭਾਅ, ਬੜਾ ਹੀ ਇਹਨਾਂ ਦਾ ਸਿੱਧਾ ਜਿਹਾ ਸੁਭਾਵ ਹੈ। ਸਾਰੇ ਜੋ ਵੀ ਘਰ ਗੁਰੂ ਘਰ ਆਉਂਦਾ ਹੈ ਚੱਲ ਕੇ ਸਾਰਿਆਂ ਨੂੰ ਸੁਖ ਦਿੰਦੇ ਹਨ। ਪ੍ਰਭੂ ਅਵਤਾਰ ਪੁੱਤਰ ਇਨ ਕੇਰਾ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਪਰਮਾਤਮਾ ਦਾ ਅਵਤਾਰ ਹਨ। ਮਹਿਮਾ ਸਭ ਮੈਂ ਕਹੀ ਸੁਣਾਏ, ਜਿਹੜੀ ਦਾਈ ਜਿਸ ਦੀ ਮੌਤ ਹੋਈ ਹੈ, ਇਹ ਦਾਈ ਜਿਸ ਦਾ ਅੰਤ ਹੋਇਆ ਹੈ, ਇਸ ਦੀ ਰੂਹ ਨੇ ਸਾਰੀ ਗੱਲ ਕਹਿ ਕੇ ਸੁਣਾਈ ਹੈ। ਮੂਰਖ ਬੁਰਾ ਕੌਣ ਕਰ ਸਕਹੀ, ਕਹਿੰਦੇ ਜਿਹੜੇ ਮੂਰਖ ਨੇ ਉਹ ਕੀ ਹਨ ਇਹਨਾਂ ਦੇ ਅੱਗੇ? ਕਿਹੜਾ ਮੂਰਖ ਇਹਨਾਂ ਦਾ ਕੁਝ ਬੁਰਾ ਕਰ ਸਕਦਾ ਹੈ, ਇਹਨਾਂ ਦਾ ਕੁਝ ਵਿਗਾੜ ਸਕਦਾ ਹੈ? ਕੋਈ ਵੀ ਮੂਰਖ ਇਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕਦਾ। ਜਥਾ ਚੰਦ ਕੋ ਚੋਰ ਨਿਕਾਏ, ਜਿਵੇਂ ਸਾਰੇ ਨਿਕਾਏ ਕਹਿੰਦੇ ਸਮੂਹ ਇਕੱਤਰ ਹੋ ਕੇ ਜਿਹੜੇ ਚੋਰ ਹਨ ਨਾ, ਚੰਦਰਮਾ ਦੇ ਨਾਲ ਈਰਖਾ ਕਰਕੇ ਕਿ ਇਹ ਕਿਉਂ ਚੜ ਗਿਆ, ਇਹਦੇ ਚੜਨ ਕਰਕੇ, ਇਹਦੇ ਚਾਨਣ ਕਰਕੇ ਸਾਡਾ ਨੁਕਸਾਨ ਹੈ, ਅਸੀਂ ਚੋਰੀ ਚੰਗੀ ਤਰ੍ਹਾਂ ਨਹੀਂ ਕਰ ਸਕਦੇ, ਇਉਂ ਸਾਰੇ ਚੋਰ ਇਕੱਤਰ ਹੋ ਕੇ ਜੇ ਚੰਦਰਮਾ ਦਾ ਕੁਝ ਵਿਗਾੜਨ ਦਾ ਯਤਨ ਕਰਨ ਤਾਂ ਕੀ ਹੁੰਦਾ ਹੈ? ਕੁਝ ਨਹੀਂ ਹੋ ਸਕਦਾ। ਚੰਦਰਮਾ ਦਾ ਕੁਝ ਨਹੀਂ ਵਿਗਾੜਿਆ ਜਾ ਸਕਦਾ। ਇਤਿਆਦਿਕ ਪ੍ਰਿਥੀਏ ਕੋ ਨਿੰਦਤ, ਇਸੇ ਤਰ੍ਹਾਂ ਸਾਧ ਸੰਗਤ ਜੀ ਇਤਿਆਦਿਕ ਗੱਲਾਂ ਕਰਕੇ ਸਾਰੀਆਂ ਦਾਸੀਆਂ, ਸਾਰੀਆਂ ਮਾਤਾ ਭੈਣਾਂ ਜਿੰਨੀਆਂ ਵੀ ਸਨ ਉੱਥੇ, ਉਹ ਇਤਿਆਦਿਕ ਸਾਰੇ ਇਕੱਤਰ ਹੋ ਕੇ ਪ੍ਰਿਥੀ ਚੰਦ ਤੇ ਬੀਬੀ ਕਰਮੋ ਨੂੰ ਲਾਹਣਤਾਂ ਪਾਉਂਦੇ ਹਨ। ਸ਼੍ਰੀ ਅਰਜਨ ਕੋ ਸੁਜਸ ਪਨੰਤ, ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ੍ਰੇਸ਼ਟ ਜਸ ਆਪਨੇ ਰਸਨਾ ਤੋਂ ਕਹਿ ਰਹੇ ਹਨ। ਸੁਤ ਕਰ ਸੰਗ ਲਗਾਇਓ ਗੰਗਾ, ਇਧਰ ਮਾਤਾ ਗੰਗਾ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਆਪਣੇ ਗਲ ਨਾਲ ਲਾ ਲਿਆ। ਨੀਰ ਬਲੋਚਨ ਬੂੰਦ ਟਰੰਤ, ਮਾਤਾ ਜੀ ਦੇ ਨੇਤਰਾਂ ਵਿੱਚੋਂ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਹਨ ਕਿ ਇੰਨਾ ਵੱਡਾ ਸੰਕਟ, ਇੰਨਾ ਵੱਡਾ ਦੁੱਖ, ਇਸ ਦੁੱਖ ਤੋਂ ਮੇਰਾ ਸੁਪੁੱਤਰ, ਮੇਰਾ ਬਾਲਕ ਸਾਹਿਬਜ਼ਾਦੇ ਬਚ ਗਏ ਹਨ। ਚੀਤ ਮਹਾ ਭੈ ਪੀਤ ਭਈ ਪੇਖ, ਇਸ ਤਰ੍ਹਾਂ ਦਾ ਕੌਤਕ ਵੇਖ ਕੇ ਮਾਤਾ ਜੀ ਆਪਣੇ ਚਿੱਤ ਵਿੱਚ ਬੜੇ ਭੈਭੀਤ ਹੋਏ ਹਨ। ਕਿਉ ਸੁਤ ਦੀਨ ਹਿਰਦੇ ਪਛਤੰਤ, ਹੁਣ ਮਾਤਾ ਜੀ ਸੋਚ ਕੇ ਪਛਤਾਉਂਦੇ ਹਨ ਕਿ ਮੈਂ ਕਿਉਂ ਉਸ ਭੈੜੀ ਦਾਈ ਦੇ ਗੋਦ ਵਿੱਚ ਆਪਣਾ ਪੁੱਤਰ ਦਿੱਤਾ ਹੈ। ਸ਼ਤਰ ਸ਼ਰੀਕ ਵੱਡੇ ਦੁਰਚਾਰੀ, ਮਨ ਵਿੱਚ ਸੋਚਦੇ ਨੇ ਇਹ ਸਾਡੇ ਸ਼ਰੀਕ ਜੋ ਹਨ ਇਹ ਬੜੇ ਹੀ ਭੈੜੇ ਆਚਰਣ ਵਾਲੇ, ਆਚਰਣ ਤੋਂ ਡਿੱਗੇ ਹੋਏ ਹਨ, ਇਹ ਬੜੇ ਹੀ ਵੱਡੇ ਸ਼ਰੀਕ ਸਾਡੇ ਵੈਰੀ ਬਣ ਗਏ ਹਨ। ਕੀਨ ਕਪਟ ਕੋ ਨਹੀਂ ਲਖੰਤ, ਬਹੁਤ ਵੱਡਾ ਇਹਨਾਂ ਨੇ ਛਲ ਕੀਤਾ ਸੀ ਜੋ ਅਸੀਂ ਜਾਣ ਨਹੀਂ ਸਕੇ। ਕਹਿਓ ਦਾਸ ਕੋ ਪਾਸ ਪਧਾਰੋ ਜਗ, ਇਉਂ ਸਾਧ ਸੰਗਤ ਜੀ ਉਹ ਜਿਹੜਾ ਦਾਸ ਸੀ ਨਾ, ਮਹਾਤਾ ਜੀ ਨੇ ਪਹਿਲਾਂ ਸੋਚਿਆ ਕਿ ਇੰਨਾ ਵੱਡਾ ਕਪਟ ਕੀਤਾ, ਧੋਖਾ ਕੀਤਾ, ਅਸੀਂ ਜਾਣ ਨਹੀਂ ਸਕੇ, ਕਿਉਂਕਿ ਮਾਤਾ ਜੀ ਅਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਮੇਸ਼ਾ ਸਤਿਕਾਰ ਕਰਿਆ ਕਰਦੇ ਸੀ ਕਿ ਇਹ ਸਾਡੇ ਵੱਡੇ ਭਰਾਤਾ ਨੇ, ਪਿਤਾ ਜੀ ਦੇ ਥਾਂ 'ਤੇ ਨੇ, ਇੰਨਾ ਅਦਬ ਕਰਦੇ ਸੀ, ਸਤਿਕਾਰ ਕਰਦੇ ਸੀ। ਪਰ ਪ੍ਰਿਥੀ ਚੰਦ ਹੰਕਾਰ ਵਿੱਚ ਆ ਕੇ ਇਹ ਕਹਿੰਦੇ ਸੀ ਲੋਕਾਂ ਵਿੱਚ ਕਿ ਇਹ ਮੇਰੇ ਤੋਂ ਡਰਦੇ ਹਨ, ਮੇਰੇ ਤੋਂ ਡਰਦੇ ਹਨ, ਇਸ ਕਰਕੇ ਮੇਰੇ ਅੱਗੇ ਝੁਕਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਵਿੱਚ ਸਾਧ ਸੰਗਤ ਜੀ ਕੋਈ ਭੈ ਨਹੀਂ, ਜਿਨ੍ਹਾਂ ਦੇ ਨਾਮ ਨੂੰ ਜਪ ਕੇ ਬੰਦਾ ਜਿਹੜਾ ਹੈ ਭੈ ਤੋਂ ਰਹਿਤ ਹੋ ਜਾਂਦਾ ਹੈ, ਉਸ ਨਿਰਭਉ ਸਰੂਪ ਗੁਰੂ ਸਾਹਿਬ ਜੀ ਨੂੰ ਜਪ ਕੇ ਹੀ ਭੈ ਜਿਹੜਾ ਹੈ ਦੂਰ ਹੁੰਦਾ ਹੈ, ਉਹਨਾਂ ਨੂੰ ਕਿਹਨਾਂ ਦਾ ਡਰ। ਪਰ ਮਹਾਰਾਜ
ਸੰਸਾਰਕ ਮਰਿਆਦਾ ਨੂੰ ਪੂਰਨ ਕਰਨ ਵਾਸਤੇ ਆਪਣੇ ਵੱਡੇ ਭਰਾਤਾ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਹੋਣ ਕਰਕੇ ਸਤਿਕਾਰ ਕਰਦੇ ਸਨ। ਪਰ ਪ੍ਰਿਥੀ ਚੰਦ ਅੱਗੋਂ ਕਹਿੰਦੇ ਸਨ ਇਹ ਮੇਰੇ ਤੋਂ ਡਰਦੇ ਹਨ। ਸੋ ਇਸ ਤਰ੍ਹਾਂ ਮਾਤਾ ਜੀ ਸੋਚਦੇ ਹਨ ਇਹਨਾਂ ਨੇ ਅਕਾਰਥ ਹੀ ਸਾਡੇ ਨਾਲ ਵੈਰ ਕੀਤਾ ਹੋਇਆ ਹੈ। ਇਉਂ ਸੋਚ ਕੇ ਫਿਰ ਇੱਕ ਦਾਸ ਨੂੰ ਮਾਤਾ ਜੀ ਨੇ ਕਿਹਾ ਕਿ ਛੇਤੀ ਜਾ ਭਾਈ ਜਾ ਕੇ ਗੁਰ ਕੋ ਸੁਧ ਦੇਹੋ ਸੁਨਾਏ। ਮਾਤਾ ਜੀ ਨੇ ਕਿਹਾ ਜਾ ਕੇ ਛੇਤੀ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਸਾਰੇ ਗੱਲ ਦੀ ਖਬਰ ਦੇਵੋ। ਸ਼੍ਰੀ ਨਾਨਕ ਨੇ ਪੁੱਤਰ ਬਚਾਇਓ। ਜਾ ਕੇ ਦੱਸਣਾ ਕਰੋ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਡੇ ਸਾਹਿਬਜ਼ਾਦੇ ਨੂੰ ਬਚਾ ਲਿਆ ਹੈ। ਨਾਹਿ ਤਾ ਹਤਿਓ ਹੁਤੋ ਛਲ ਲਾਏ। ਲਈ ਤਾਂ ਅੱਜ ਛਲ ਲਾ ਕੇ ਛਲ ਕਰਕੇ ਇਹਨਾਂ ਨੇ ਸਾਡੇ ਪੁੱਤਰ ਨੂੰ ਅੱਜ ਮਾਰ ਦੇਣਾ ਸੀਗਾ। ਅੰਗਣ ਮ੍ਰਿਤਕ ਧਾਏ ਕੋ ਦੇਖੋ। ਮਹਾਰਾਜ ਨੂੰ ਜਾ ਕੇ ਆਖੋ ਕਿ ਆਓ ਛੇਤੀ ਆ ਕੇ ਘਰ ਦੇ ਵਿਹੜੇ ਵਿੱਚ ਦੇਖੋ ਜਿਹੜੀ ਮਰੀ ਹੋਈ ਦਾਈ ਦੀ ਦੇਹੀ ਹੈ ਉਹ ਦੇਖਣਾ ਕਰੋ। ਸੁਧ ਸਭ ਕਹੀ ਗਗਨ ਮਹਿ ਜਾਏ। ਜਿਸ ਦਾਈ ਦੀ ਰੂਹ ਨੇ ਆਕਾਸ਼ ਵਿੱਚ ਅਲੋਪ ਹੋ ਕੇ ਗੁਪਤ ਰੂਪ ਵਿੱਚ ਛੇਤੀ ਜ਼ੋਰ ਦੇ ਨਾਲ ਆਪਣੀ ਸਾਰੀ ਪਿਛਲੀ ਵਾਰਤਾ ਸੁਣਾਉਣਾ ਕੀਤੀ ਹੈ। ਲੀਨ ਕਲੰਕ ਭਰਾਤ ਇਹ ਤੁਮਰੇ। ਜਾ ਕੇ ਕਹਿਣਾ ਕਰੋ ਇਹਨਾਂ ਦੇ ਵੱਡੇ ਭਰਾਤਾਂ ਨੇ ਬਹੁਤ ਵੱਡਾ ਇਹ ਕਲੰਕ ਆਪਣੇ ਸਿਰ ਲਿਆ ਹੈ। ਜੋ ਹਮ ਕੋ ਨਹਿ ਦੇਖ ਸਕਾਏ। ਜਿਹੜਾ ਸਾਡੇ ਪਰਿਵਾਰ ਨੂੰ ਸਾਡੇ ਪੁੱਤਰ ਨੂੰ ਦੇਖ ਨਹੀਂ ਸਕਦਾ। ਪੁਰੀ ਉਜਾਰੇ ਗ੍ਰਾਮ ਬਸੇ ਹਮ ਤੋ। ਹਾਂ ਤਾਂ ਇਹ ਸਾਡੀ ਜਿਹੜੀ ਨਗਰੀ ਸੀ ਅੰਮ੍ਰਿਤਸਰ ਸਾਹਿਬ ਉਹ ਨਗਰੀ ਵਿੱਚ ਵੀ ਸਾਨੂੰ ਉਜਾੜ ਦਿੱਤਾ ਭਾਓ ਸਾਨੂੰ ਵਸਣ ਨਹੀਂ ਦਿੱਤਾ। ਇਸ ਕਰਕੇ ਅਸੀਂ ਆ ਕੇ ਨਾ ਇਸ ਵਡਾਲੀ ਨਗਰ ਵਿੱਚ ਰਹਿ ਰਹੇ ਹਾਂ ਵਸ ਰਹੇ ਹਾਂ। ਤਉ ਨ ਬੈਰ ਤਜੇ ਅਗਵੰਤ। ਹਾਂ ਕਿਉਂਕਿ ਸਾਧ ਸੰਗਤ ਜੀ ਸਿਆਣਿਆਂ ਦਾ ਇਹ ਕਹਿਣਾ ਹੈ ਜੇ ਵੈਰੀ ਹੋਵੇ ਕੋਲ ਤੇ ਉਸ ਤੋਂ ਦੂਰੀ ਭੱਜਣਾ ਚਾਹੀਦਾ। ਬਾਣੀ ਦਾ ਵੀ ਬਚਨ ਸਾਖਤ ਬੰਦੇ ਦੀ ਸੰਗਤ ਨਹੀਂ ਕਰਨੀ ਉਹਨੂੰ ਦੇਖ ਕੇ ਦੂਰੋਂ ਭੱਜਣਾ ਹੈ। ਇਸੇ ਤਰ੍ਹਾਂ ਸਿਆਣਿਆਂ ਦਾ ਕਥਨ ਹੈ ਕਿ ਜੇ ਸਾਡਾ ਗਵਾਂਢੀ ਭੈੜਾ ਹੋਵੇ ਜਾਂ ਸਾਡਾ ਵੈਰੀ ਨੇੜੇ ਹੋਵੇ ਜਿੰਨਾ ਹੋ ਸਕੇ ਇਹਨਾਂ ਤੋਂ ਦੂਰੀ ਬਣਾ ਕੇ ਰੱਖੇ ਇਹ ਸਿਆਣਪਤਾ ਹੈ। ਸੋ ਮਾਤਾ ਜੀ ਸੋਚ ਰਹੇ ਹਨ ਤੇ ਉਹ ਦਾਸ ਨੂੰ ਕਹਿ ਰਹੇ ਹਨ ਕਿ ਭਾਈ ਜਾ ਕੇ ਗੁਰੂ ਸਾਹਿਬ ਜੀ ਨੂੰ ਆਖੋ ਕਿ ਤੁਹਾਡੇ ਭਰਾਤਾਂ ਨੇ ਬਹੁਤ ਵੱਡਾ ਪਾਪ ਕੀਤਾ ਹੈ। ਬਿਨਾਂ ਕਾਰਨ ਇਹ ਸਾਡੇ ਨਾਲ ਈਰਖਾ ਕਰ ਰਹੇ ਹਨ। ਨਿਜ ਕੁਲ ਕੋ ਪੁਨ ਬਾਲਕ ਬੈ ਕੋ। ਕਹਿੰਦੇ ਬਹੁਤ ਵੱਡਾ ਇਹਨਾਂ ਨੇ ਵੈਰ ਕਰਕੇ ਪਾਪ ਕਮਾਇਆ ਹੈ। ਆਪਣੀ ਵੱਡੀ ਜਿਹੜੀ ਕੁਲ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਇਹਨਾਂ ਦਾ ਜਨਮ ਹੋਇਆ। ਸੋਢੀਆਂ ਦੀ ਕੁਲ ਦਾ ਇਹਨਾਂ ਦਾ ਜਨਮ ਨਾ ਸੋਢੀ ਕੁਲ ਬਾਰੇ ਵਿਚਾਰ ਕੀਤੀ ਅਤੇ ਨਾ ਹੀ ਬਾਲਕ ਬੈ ਕੋ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੀ ਬੱਚਿਆਂ ਵਾਲੀ ਉਮਰ ਹੈ ਉਹਦੇ ਬਾਰੇ ਵੀ ਸੋਚਿਆ ਨਹੀਂ ਕਿ ਇਹ ਤਾਂ ਬਾਲਕ ਹੈ ਬਾਲਕ ਨੂੰ ਕੀ ਕਰਨਾ ਕਿਉਂ ਮਾਰਨਾ। ਕਿਉਂਕਿ ਵੱਡੇ ਤੋਂ ਵੱਡਾ ਜਿਸ ਦਾ ਦਿਲ ਸਾਧ ਸੰਗਤ ਜੀ ਬਹੁਤ ਹੀ ਕਰੜਾ ਹੈ ਜਾਂ ਬਹੁਤ ਹੀ ਸਾਧ ਸੰਗਤ ਜੀ ਬੰਦਾ ਪਾਪੀ ਹੈ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਪਰ ਕਈ ਵਾਰੀ ਉਹਨਾਂ ਦੇ ਵੀ ਹਿਰਦੇ ਪੱਥਰ ਵਾਂਗ ਕਠੋਰ ਹਿਰਦੇ ਵੀ ਬੱਚਿਆਂ ਦੇ ਅੱਗੇ ਸਾਧ ਸੰਗਤ ਜੀ ਉਹ ਪਿਘਲ ਜਾਂਦੇ ਨੇ। ਪਰ ਬਾਬੇ ਪ੍ਰਿਥੀ ਚੰਦ ਨੇ ਇੱਕ ਵਾਰੀ ਨਹੀਂ ਅੱਗੇ ਪ੍ਰਸੰਗਾਂ ਵਿੱਚ ਆਵੇਗਾ ਅਨੇਕਾਂ ਵਾਰੀ ਯਤਨ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਖਤਮ ਕਰ ਦਿੱਤਾ ਜਾਵੇ। ਇਉਂ ਮਾਤਾ ਜੀ ਕਹਿ ਰਹੇ ਹਨ ਵੱਡੀ ਕੁੱਲ ਦਾ ਵੀ ਨਹੀਂ ਸੋਚਿਆ ਤੇ ਨਾ ਹੀ ਬਾਲਕ ਅਵਸਥਾ ਬਾਰੇ ਵਿਚਾਰ ਕੀਤੀ। ਹਤਨ ਪਾਪ ਕੋ ਨਹੀਂ ਲਖੰਤ। ਬੱਚੇ ਨੂੰ ਮਾਰਨ ਦਾ ਵੱਡਾ ਪਾਪ ਜਿਹੜਾ ਹੈ ਇਸ ਬਾਰੇ ਨਹੀਂ ਸੋਚਿਆ। ਇੱਕ ਬੁਰਿਆਈ ਸਾਥ ਪ੍ਰੀਤ ਹੈ। ਬਾਬੇ ਪ੍ਰਿਥੀ ਚੰਦ ਦੀ ਇੱਕੋ ਇੱਕ ਬੁਰਿਆਈ ਦੇ ਨਾਲ ਬੁਰੇ ਕਰਮ ਕਰਨ ਦੇ ਨਾਲ ਛਲ ਤੇ ਕਪਟ ਕਰਨ ਦੇ ਨਾਲ ਹੀ ਪ੍ਰੀਤ ਹੈ। ਹਮ ਤਿਸ ਕੋ ਨਹਿ ਬੁਰਾ ਕਰੰਤ। ਅਸੀਂ ਤੇ ਕਦੇ ਉਹਨਾਂ ਦਾ ਬੁਰਾ ਨਹੀਂ ਕਰਦੇ ਸਗੋਂ ਗੁਰੂ ਜੀ ਤੇ ਬੜਾ ਸਤਿਕਾਰ ਕਰਦੇ ਹਨ। ਜਾਹੁ ਛਪਰ ਘਰ ਆਨੋ ਹੀ ਰਹਿ। ਛੇਤੀ ਜਾਓ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਛੇਤੀ ਘਰ ਲੈ ਕੇ ਆਵੋ। ਅਤ ਉਤਪਾਤ ਅਦਕ ਦੁਖਵੰਤ। ਜਾ ਕੇ ਦੱਸੋ ਬਹੁਤ ਦੁੱਖ ਵਾਲਾ ਜਿਹੜਾ ਉਪਦਰਵ ਹੈ ਉਤਪਾਤ ਇੱਥੇ ਮਚਿਆ ਹੋਇਆ ਹੈ। ਸੁਨਤ ਦਾਸ ਦੌਰਿਓ ਗੁਰ ਪਾਸ ਹੈ। ਮਾਤਾ ਜੀ ਦੇ ਬਚਨ ਸੁਣ ਕੇ ਜਿਹੜਾ ਦਾਸ ਸੀ ਨਾ
ਸਾਧ ਸੰਗਤ ਜੀ ਛੇਤੀ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਸ ਹਾਜ਼ਰ ਹੋਇਆ। ਵਹਿਰ ਬਿਰਾਜਤ ਹੈ ਜਿਸ ਥਾਨ, ਜਿੱਥੇ ਬਾਰ-ਬਾਰ ਸੱਚੇ ਪਾਤਸ਼ਾਹ ਜੀ ਬਿਰਾਜੇ ਹੋਏ ਹਨ, ਬੈਠੇ ਹੋਏ ਹਨ, ਉਹਨਾਂ ਕੋਲ ਜਾ ਕੇ ਉਸ ਸੇਵਕ ਨੇ ਕਿਰਪਾ ਨਿਧਾਨ ਕਹਾਂ ਹੋ ਬੈਠੇ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਸਤ ਸਮੁੰਦਰ, ਸੱਚੇ ਪਾਤਸ਼ਾਹ ਜੀ ਆਪ ਇੱਥੇ ਕੀ ਕਰ ਰਹੇ ਹੋ? ਇਹ ਕਿਵੇਂ ਮਹਾਰਾਜ ਆਰਾਮ ਦੇ ਨਾਲ ਆਪ ਜੀ ਬੈਠੇ ਹੋ? ਕਾਰਜ ਬਿਗੜਿਓ ਹੋਤੋ ਮਹਾਨ, ਮਹਾਰਾਜ ਉੱਥੇ ਘਰ ਵਿੱਚ ਤੇ ਬਹੁਤ ਵੱਡਾ ਕੰਮ ਵਿਗੜ ਗਿਆ ਸੀਗਾ ਮਹਾਰਾਜ। ਸਤਿਗੁਰ ਰਾਖਿਓ ਬੰਸ ਤੁਮਾਰੋ, ਕਿਰਪਾ ਕੀਤੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਕਿਰਪਾ ਕਰਕੇ ਆਪ ਜੀ ਦੀ ਬੰਸ ਰੱਖ ਲਈ ਹੈ, ਭਾਵ ਆਪ ਜੀ ਦੇ ਸਾਹਿਬਜ਼ਾਦੇ ਨੂੰ ਬਚਾਇਆ ਹੈ। ਸਕਲ ਪ੍ਰਸੰਗ ਸੋ ਕੀਨ ਬਖਾਨ, ਸਾਰਾ ਜਿਹੜਾ ਘਰ ਵਿੱਚ ਹੋਇਆ ਨਾ ਸਾਧ ਸੰਗਤ ਜੀ, ਸਾਰੀ ਵਾਰਤਾ ਉਹ ਜਿਵੇਂ ਵੀ ਹੋਇਆ ਉਹ ਸਾਰੀ ਗੱਲ ਕਹਿ ਕੇ ਸੇਵਕ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਣਾਈ। ਸੁਨਤ ਉਠੇ ਗੁਰ ਅਰਜਨ ਆਏ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਸੁਣੇ, ਸੁਣ ਕੇ ਮਹਾਰਾਜ ਉੱਠ ਕੇ ਆਏ ਹਨ। ਕੁਝ ਸਿੱਖ ਸੇਵਕ ਸੰਗ ਸੋ ਆਨ, ਕੁਝ ਕੁ ਸਿੱਖਾਂ ਸੇਵਕਾਂ ਨੂੰ ਆਪਣੇ ਨਾਲ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਘਰ ਵਿੱਚ ਆਏ। ਪਰੀ ਅਜਰ ਮੈਂ ਧਾਏ ਮ੍ਰਿਤਕ ਹੋਵੈ, ਜਦੋਂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਉਹ ਜਿਹੜੀ ਦਾਈ ਦੀ ਦੇਹੀ ਹੈ, ਦਾਈ ਦਾ ਸਰੀਰ ਹੈ, ਉਹ ਮਰ ਕੇ ਉਹਦਾ ਸਰੀਰ ਉੱਥੇ ਪਿਆ ਹੋਇਆ ਹੈ ਵਿਹੜੇ ਵਿੱਚ। ਕਹਿ ਗਿਰਵਾਈ ਵਹਿਰ ਉਜਾਰ, ਸੱਚੇ ਪਾਤਸ਼ਾਹ ਜੀ ਨੇ ਸੇਵਕਾਂ ਨੂੰ ਕਹਿ ਕੇ ਉਹਦੀ ਦੇਹੀ ਉਜਾੜ ਵਿੱਚ ਸ਼ਹਿਰ ਤੋਂ ਬਾਹਰ ਵਾਰ ਸੁਟਵਾ ਦਿੱਤੀ। ਸ਼੍ਰੀ ਨਾਨਕ ਰਛਕ ਹੈ ਹਮਰੇ, ਫਿਰ ਬਚਨ ਕੀਤਾ ਸੰਗਤ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਰਾਖੇ ਹਨ, ਸਾਡੀ ਰੱਖਿਆ ਕਰਨ ਵਾਲੇ, ਸਾਡੇ ਅੰਗ ਸੰਗ ਹਨ। ਘਰ ਬਾਹਰ ਸੰਗੈ ਇੱਕ ਸਾਰ, ਇੱਕ ਸਾਰ ਚਾਹੇ ਅਸੀਂ ਘਰ ਵਿੱਚ ਹੋਵੇ ਚਾਹੇ ਬਾਹਰ ਹੋਣ, ਘਰ ਬਾਹਰ ਤੇਰਾ ਭਰਵਾਸਾ ਹੈ। ਕੋਪ ਪੁਰਾ ਨਰ ਬੁਰਾ ਕਰਹਿ ਜੋ, ਹਾਂ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ, ਫਿਰ ਪੜੋ ਜੀ। ਕੋਪ ਪੁਰਾ ਨਰ ਬੁਰਾ ਕਰਹਿ ਜੋ, ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਹਨ, ਵਿਚਾਰਾ ਮਨੁੱਖ ਕੀ ਹੈ ਜਿਹੜਾ ਸਾਡਾ ਬੁਰਾ ਕਰਨਾ ਚਾਹੇਗਾ? ਕਹਿੰਦੇ ਕੋਈ ਸਾਡਾ ਬੁਰਾ ਨਹੀਂ ਕਰ ਸਕਦਾ, ਕਿਉਂਕਿ ਸਾਡੇ ਨਾਲ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਜਬ ਇੱਕ ਸੁਆਮੀ ਰਾਖਨ ਹਾਰ, ਜਦੋਂ ਇੱਕ ਅਕਾਲ ਪੁਰਖ ਪਰਮਾਤਮਾ ਰੱਖਣ ਵਾਲਾ, ਭਾਵ ਰਾਖੀ ਕਰਨ ਵਾਲਾ ਹੈ, ਸਹਾਇਤਾ ਕਰਨ ਵਾਲਾ ਹੈ, ਫਿਰ ਵਿਚਾਰੇ ਜੀਵ ਕੀ ਹਨ? ਬੰਦੇ ਦੀ ਕੀ ਹੈ ਜੁਰਤ ਕਿ ਉਹ ਪਰਮਾਤਮਾ ਦੇ ਪਿਆਰਿਆਂ ਨੂੰ ਕੋਈ ਸਾਧ ਸੰਗਤ ਜੀ ਦੁੱਖ ਪਹੁੰਚਾ ਸਕੇ? ਨਹੀਂ ਪਹੁੰਚਾ ਸਕਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ, ਇੱਕ ਪਰਮਾਤਮਾ, ਇੱਕ ਸਵਾਮੀ ਮਾਲਕ ਜਦੋਂ ਰਾਖੀ ਕਰਨ ਤੇ ਉਤਰ ਜਾਵੇ, ਫਿਰ ਵੈਰੀ ਕੀ ਕਰ ਸਕਦਾ ਹੈ? ਉਮਾਗ ਪ੍ਰੇਮ ਤੇ ਸ਼ਬਦ ਬਨਾਇਓ, ਇਉਂ ਪਰਮਾਤਮਾ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ੁਕਰ ਕਰਦੇ ਹੋਏ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬੜੇ ਉਤਸ਼ਾਹ ਨਾਲ ਪ੍ਰੇਮ ਵਿੱਚ ਭਿੱਜ ਕੇ ਆਪ ਜੀ ਨੇ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕੀਤਾ। ਸੁੰਦਰ ਆਸਾ ਰਾਗ ਮਝਾਰ, ਆਸਾ ਦੇ ਰਾਗ ਵਿੱਚ ਸੱਚੇ ਪਾਤਸ਼ਾਹ ਜੀ ਨੇ ਬਹੁਤ ਪਿਆਰ ਨਾਲ ਸ਼ਬਦ ਉਚਾਰਨ ਕੀਤਾ। ਸਰਵਣ ਕਰੀਏ ਜੀ। ਆਸਾ ਮਹੱਲਾ ਪੰਜਵਾ, ਗੁਰ ਪੂਰੇ ਰਾਖਿਆ ਦੇ ਹਾਥ, ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਰਸਨਾ ਤੋਂ ਸ਼ਬਦ ਉਚਾਰਨ ਕੀਤਾ ਤੇ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰ ਕੀਤਾ। ਆਸਾ ਰਾਗ ਦਾ ਇਹ ਸ਼ਬਦ ਪੰਜਵੇਂ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਗੁਰ ਪੂਰੇ ਰਾਖਿਆ ਦੇ ਹਾਥ, ਜਦੋਂ ਪੂਰਾ ਗੁਰੂ ਸਾਧ ਸੰਗਤ ਜੀ ਆਪਣੇ ਪਿਆਰਿਆਂ ਨੂੰ, ਆਪਣੇ ਭਗਤਾਂ ਨੂੰ ਹੱਥ ਦੇ ਕੇ ਬਚਾਉਂਦਾ ਹੈ, ਜਦੋਂ ਹੱਥ ਦੇ ਕੇ ਪਰਮਾਤਮਾ ਆਪਣੇ ਸੇਵਕਾਂ ਦੀ ਰਾਖੀ ਕਰਦਾ ਹੈ, ਫਿਰ ਸਾਧ ਸੰਗਤ ਜੀ ਉਸ ਵੇਲੇ ਕੋਈ ਵੀ ਵੈਰੀ ਉਹਨਾਂ ਦਾ ਕੁਛ ਨਹੀਂ ਵਿਗਾੜ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ, ਪੂਰੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕਿਰਪਾ ਕਰਕੇ ਸਾਡੇ ਸਾਹਿਬਜ਼ਾਦੇ ਦੀ ਹੱਥ ਦੇ ਕੇ ਰੱਖਿਆ ਕੀਤੀ ਹੈ। ਪ੍ਰਗਟ ਭਇਆ ਜਨ ਕਾ ਪ੍ਰਤਾਪ, ਇਉਂ ਮਹਾਰਾਜ ਪੂਰੇ ਗੁਰੂ ਨੇ ਰੱਖਿਆ ਕਰਕੇ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਰੱਖਿਆ ਕਰਕੇ ਨਾ ਆਪਣੇ ਜਨ ਦਾ, ਆਪਣੇ ਸੇਵਕ ਦਾ ਜਿਹੜਾ ਪ੍ਰਤਾਪ ਸੀ ਨਾ, ਉਹ ਪ੍ਰਗਟ ਕਰ ਦਿੱਤਾ ਸੰਸਾਰ ਵਿੱਚ ਕਿ ਇਹ ਹੀ ਵੱਡੇ ਸੇਵਕ ਹੋਣਗੇ ਸੰਸਾਰ ਦੇ ਵਿੱਚ। ਇਹ ਸਾਧ ਸੰਗਤ ਜੀ ਰੱਖਿਆ ਕਰਕੇ ਨਾ ਬਾਰ-ਬਾਰ ਪਰਮਾਤਮਾ ਆਪਣੇ ਦਾਸਾਂ ਦੀ, ਆਪਣੇ ਸੇਵਕਾਂ ਦੀ ਹਰ ਯੁੱਗ ਯੁੱਗ ਦੇ ਵਿੱਚ ਰਾਖੀ ਕਰਦਾ ਹੈ। ਹਰ ਯੁੱਗ ਯੁੱਗ ਭਗਤ ਉਪਾਇਆ
ਪੈਜ ਰੱਖਦਾ ਆਇਆ ਰਾਮ ਰਾਜੇ। ਪਰਮਾਤਮਾ ਥਾਂ ਥਾਂ ਤੇ ਵਾਰ-ਵਾਰ ਆਪਣੇ ਪਿਆਰਿਆਂ ਦੀ ਰੱਖਿਆ ਕਰਕੇ ਆਪਣੇ ਪਿਆਰਿਆਂ ਦਾ ਜਿਹੜਾ ਪ੍ਰਤਾਪ ਹੈ ਉਹ ਪ੍ਰਗਟ ਕਰਕੇ ਸੰਸਾਰੀਆਂ ਨੂੰ ਦਿਖਾਉਂਦਾ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ, ਇਸ ਤਰ੍ਹਾਂ ਆਪਣੇ ਜਨਾਂ ਦਾ, ਆਪਣੇ ਸੇਵਕਾਂ ਦਾ ਪ੍ਰਤਾਪ ਪਰਮਾਤਮਾ ਨੇ ਸਾਰੇ ਸੰਸਾਰ ਵਿੱਚ ਪ੍ਰਗਟ ਕਰ ਦਿੱਤਾ। ਗੁਰੂ ਗੁਰ ਜਪੀ ਗੁਰੂ ਗੁਰ ਧਿਆਈ। ਇਸੇ ਕਰਕੇ ਅਸੀਂ ਗੁਰੂ ਗੁਰੂ ਦਾ ਜਾਪ ਕਰਦੇ ਹਾਂ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਹੀ ਜਾਪ ਕਰਦੇ ਹਾਂ ਤੇ ਗੁਰੂ ਨੂੰ ਹੀ ਧਿਆਉਂਦੇ ਹਾਂ। ਜੀ ਕੀ ਅਰਦਾਸ ਗੁਰੂ ਪਹਿ ਪਾਈ। ਆਪਣੇ ਸਾਡੇ ਜੀ ਕੀ ਤੋਂ ਭਾਵ ਹਿਰਦੇ ਦੀ, ਸਾਡੇ ਦਿਲ ਨਾਲ ਕੀਤੀ ਹੋਈ ਜਿਹੜੀ ਅਰਦਾਸ ਹੈ, ਬੇਨਤੀ ਹੈ ਨਾ, ਉਹ ਅਸੀਂ ਗੁਰੂ ਦੇ ਪਾਸ ਪਾ ਲਈ ਹੈ। ਭਾਉ ਸਾਡੀ ਪੂਰੀ ਹੋ ਗਈ ਹੈ ਅਰਦਾਸ ਬੇਨਤੀ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਕਥਨ ਕਰਦੇ ਹਨ। ਸਰਨ ਪਰੇ ਸਾਚੇ ਗੁਰਦੇਵ। ਇਸ ਕਰਕੇ ਇੱਕੋ ਇੱਕ ਸੱਚੇ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਸੀਂ ਪੈ ਗਏ ਹਾਂ। ਪੂਰਨ ਹੋਈ ਸੇਵਕ ਸੇਵ। ਪਿਆਰੇ ਸੇਵਕਾਂ ਦੀ ਜਿਹੜੀ ਸੇਵਾ ਹੈ ਕੀਤੀ ਹੋਈ, ਜਿਹੜੀ ਕੀਤੀ ਹੋਈ ਆਰਾਧਨਾ ਹੈ, ਕੀਤੀ ਹੋਈ ਬੰਦਗੀ ਹੈ, ਕੀਤੀ ਹੋਈ ਘਾਲ ਹੈ, ਕਹਿੰਦੇ ਉਹ ਪੂਰੀ ਹੋ ਗਈ, ਸਫਲ ਹੋ ਗਈ ਹੈ। ਜੋ ਫਲ ਮਿਲ ਗਿਆ ਹੈ, ਸਾਡੇ ਸਾਹਿਬਜ਼ਾਦੇ ਦੀ ਰੱਖਿਆ ਕਰ ਲਈ ਹੈ। ਇਹ ਪ੍ਰਤੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ, ਪ੍ਰਮਾਣ ਦੇ ਦਿੱਤਾ ਪ੍ਰਮਾਤਮਾ ਨੇ ਕਿ ਤੂੰ ਮੇਰੀ ਭਗਤੀ ਕਰ, ਮੈਂ ਤੇਰੇ ਸੰਗ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ, ਇਸੇ ਕਰਕੇ ਭਾਈ ਅਸੀਂ ਪੂਰੇ ਗੁਰੂ ਦੀ ਚਰਨਾਂ ਦੀ ਸ਼ਰਨ ਵਿੱਚ ਸਦਾ ਵਾਸਤੇ ਟਿਕਦੇ ਹਾਂ, ਟਿਕ ਗਏ ਹਾਂ ਤੇ ਸਾਨੂੰ ਵੀ ਟਿਕਣਾ ਚਾਹੀਦਾ ਹੈ। ਜਿਨ੍ਹਾਂ ਨੇ ਪਿਆਰ ਨਾਲ ਸੇਵਾ ਕੀਤੀ, ਫਿਰ ਉਹਨਾਂ ਦੀ ਸੇਵਾ ਸਫਲੀ ਹੋ ਜਾਂਦੀ ਹੈ। ਜਿਉ ਪਿੰਡ ਜੋਪਨ ਰਾਖੈ ਪ੍ਰਾਨ। ਕਿਰਪਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ, ਸਾਡੇ ਸਾਹਿਬਜ਼ਾਦੇ ਦੇ ਜੀਓ, ਉਹਨਾਂ ਦਾ ਹਿਰਦਾ, ਸਰੀਰ, ਜਵਾਨੀ, ਸਵਾਸ, ਇਹ ਸਭ ਕੁਝ ਪ੍ਰਮਾਤਮਾ ਨੇ ਰੱਖ ਲਏ ਹਨ, ਬਚਾ ਲਏ ਹਨ। ਕਹੋ ਨਾਨਕ ਗੁਰ ਕਉ ਕੁਰਬਾਨ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਖਦੇ ਨੇ ਅਖੀਰ ਵਿੱਚ, ਐਸੇ ਪੂਰੇ ਗੁਰੂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਦੋਹਰਾ ਇਮ ਸ਼੍ਰੀ ਨਾਨਕ ਕੀ ਮਹਾ ਕਹੀ ਬਡਾਈ ਚਾਰ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਅੱਗੇ ਆਖਦੇ ਨੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਬਾਲ ਸਰੂਪ ਦੇ ਸਾਹਿਬਜ਼ਾਦੇ ਦੇ ਬਚਨ ਦੇ ਸ਼ੁਕਰਾਨੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਆਸਾ ਰਾਗ ਵਿੱਚ, ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੇਅੰਤ ਵਡਿਆਈ ਕੀਤੀ ਹੈ। ਪਟੇ ਜੋ ਚਿਤਵੈ ਚਰਤ ਗੁਰ ਤਰਾਸ ਨਾ ਕਿਤ ਤੇ ਧਾਰ। ਕਵੀ ਜੀ ਆਖਦੇ ਨੇ, ਜਿਹੜਾ ਇਹ ਕੌਤਕ ਹੈ ਜਿਸ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸ਼ੁਕਰ ਕੀਤਾ ਹੈ ਤੇ ਜਿਸ ਵਿੱਚ ਰਾਖੀ ਹੋਈ ਹੈ ਪ੍ਰਮਾਤਮਾ ਵੱਲੋਂ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਕਥਾ ਨੂੰ, ਇਹਨਾਂ ਪ੍ਰਸੰਗਾਂ ਨੂੰ ਜਿਹੜਾ ਚਿੱਤ ਲਾ ਕੇ ਸ਼ਰਧਾ ਦੇ ਨਾਲ ਪੜ੍ਹੇਗਾ, ਸੁਣੇਗਾ, ਹਿਰਦੇ ਵਿੱਚ ਉਪਦੇਸ਼ ਗੁਰੂ ਕਾ ਵਸਾਏਗਾ। ਕਬਿਤ ਭਇਓ ਅਸ ਕੌਤਕ ਬਿਸਮ ਰਹੇ ਲੋਕ। ਜਿਹੜਾ ਵੀ ਹਿਰਦੇ ਵਿੱਚ ਵਸਾਵੇਗਾ, ਕਹਿੰਦੇ ਉਹਦੇ ਹਿਰਦੇ ਵਿੱਚੋਂ ਜਿਹੜਾ ਤਰਾਸ ਹੈ ਨਾ, ਉਹ ਸਾਰਾ ਖਤਮ ਹੋ ਜਾਵੇਗਾ। ਫਿਰ ਅੱਗੇ ਭਾਈ ਸਾਹਿਬ ਜੀ ਆਖਦੇ ਨੇ, ਫੇਰ ਪੜੋ। ਭਇਓ ਵਸ ਕੌਤਕ ਬਿਸਮ ਰਹੇ ਲੋਕ। ਕਹਿੰਦੇ ਸਭ ਐਸਾ ਕੌਤਕ ਜਦੋਂ ਹੋਇਆ ਨਾ ਸਾਧ ਸੰਗਤ ਜੀ, ਸਾਰੇ ਜਿਹੜੇ ਲੋਕ ਸਨ ਨਾ, ਇਸ ਕੌਤਕ ਨੂੰ ਦੇਖ ਕੇ ਬੜੇ ਹੈਰਾਨ ਹੋਏ। ਸਭ ਪੁੱਤਰ ਕੋ ਬਿਲੋਕ ਭਏ ਦੰਪਤ ਆਨੰਦ ਅਤ। ਇਧਰ ਦੰਪਤ ਤੋਂ ਭਾਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੇ ਸਤਿਕਾਰਯੋਗ ਮਾਤਾ ਜੀ ਆਪਣੇ ਸਾਹਿਬਜ਼ਾਦੇ ਨੂੰ ਦੇਖ ਕੇ ਨਾ ਬੜੇ ਖੁਸ਼ ਹੋ ਰਹੇ ਹਨ ਤੇ ਮਹਾਰਾਜ ਦਾ ਸ਼ੁਕਰ ਕਰ ਰਹੇ ਹਨ। ਕੀਨਸ ਕਰਾਹੋ ਬਾਟ ਦੀਨਸ ਉਛਾਹ ਕਰ। ਤੇ ਬੜੇ ਉਤਸ਼ਾਹ ਦੇ ਨਾਲ ਆ ਕੇ ਕੜਾਹ ਪ੍ਰਸ਼ਾਦੀ ਦੇਗ ਤਿਆਰ ਕੀਤੀ ਹੈ ਤੇ ਅਰਦਾਸ ਕੀਤੀ ਹੈ। ਅਰਦਾਸ ਕਰਕੇ ਕੜਾਹ ਪ੍ਰਸ਼ਾਦੀ ਦੇਗ ਸੰਗਤਾਂ ਵਿੱਚ ਵਰਤਾਈ ਹੈ। ਸਗਰੇ ਗੁਰਨ ਕੋਲੇ ਨਾਮ ਧਰ ਧਿਆਨ ਚਿਤ। ਧਿਆਨ ਚਿੱਤ, ਆਪਣੇ ਚਿੱਤ ਵਿੱਚ ਧਿਆਨ ਧਾਰ ਕੇ ਸਾਰੇ ਗੁਰੂ ਸਾਹਿਬਾਨ ਜੀ, ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਗੁਰੂ ਸਾਹਿਬਾਨ ਜੀ ਦਾ ਨਾਮ ਲੈ ਕੇ ਬੜੇ ਪਿਆਰ ਦੇ ਸਹਿਤ ਕੜਾਹ ਪ੍ਰਸ਼ਾਦੀ ਦੇਗ ਅੱਗੇ ਰੱਖ ਕੇ ਅਰਦਾਸਾਂ ਕਰਕੇ, ਬੇਨਤੀ ਕਰਕੇ, ਸ਼ੁਕਰਾਨਾ ਕਰਕੇ ਦੇਗ ਸੰਗਤ ਵਿੱਚ ਵਰਤਾਈ ਹੈ। ਰੈਨ ਦਿਨ ਰਚਕ ਦੁਰਜਨ ਗਨ ਭਛਕ। ਬੇਨਤੀ ਕਰਦੇ ਹਨ ਕਿ ਹੇ ਸੱਚੇ ਪਾਤਸ਼ਾਹ ਕਿਰਪਾ ਕਰੋ, ਰਾਤ ਦਿਨ ਸਾਡੀ ਆਪਣੇ ਸੇਵਕਾਂ ਦੀ ਰੱਖਿਆ ਕਰੋ
ਤੇ ਜਿੰਨੇ ਵੀ ਵੈਰੀ ਗਣ ਹਨ ਉਹਨਾਂ ਨੂੰ ਨਾਸ਼ ਕਰੋ। ਵਿਸਾਲ ਜਸ ਵਚਕ ਜੋ ਸੇਵਕ ਵਸ਼ਲ ਨਿਤ। ਜੋ ਮਹਾਰਾਜ ਆਪ ਆਪਣੇ ਸੇਵਕਾਂ ਦੇ ਪਿਆਰੇ ਹੋ ਨਿਤ ਹਮੇਸ਼ਾ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਜਿਹੜਾ ਜਸ ਹੈ ਸਵੱਛ ਹੈ, ਨਿਰਮਲ ਤੇ ਬੇਅੰਤ ਆਪ ਜੀ ਦਾ ਜਸ ਹੈ। ਸਦਾ ਆਪਣੇ ਪਿਆਰਿਆਂ ਨੂੰ ਪਿਆਰ ਕਰਦੇ ਹੋ। ਹਿਰਦੇ ਮੈਂ ਆਰਾਧ ਤੇ ਸਕਲ ਸੁਖ ਲਾਦ ਤੇ। ਜਿਹੜੇ ਸ਼ਰਧਾ ਦੇ ਨਾਲ ਆਪ ਜੀ ਨੂੰ ਹਿਰਦੇ ਵਿੱਚ ਯਾਦ ਕਰਦੇ ਹਨ ਉਹਨਾਂ ਨੂੰ ਸੱਚੇ ਪਾਤਸ਼ਾਹ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਜੋ ਆਪ ਜੀ ਨੂੰ ਪਿਆਰ ਨਾਲ ਯਾਦ ਕਰੇ ਉਹਨਾਂ ਨੂੰ ਆਪ ਜੀ ਲਾਦ ਤੇ ਉਹਨਾਂ ਨੂੰ ਲੱਭ ਜਾਂਦੇ ਹੋ, ਭਾਉ ਪ੍ਰਾਪਤ ਹੋ ਜਾਂਦੇ ਹੋ। ਅਨੇਕ ਬਾਧਾ ਬਾਦ ਤੇ ਸਦੀਵ ਸਤਨਾਮ ਹਿਤ। ਜਿਨ੍ਹਾਂ ਨੇ ਹਮੇਸ਼ਾ ਸਤਨਾਮ ਵਾਹਿਗੁਰੂ ਦੇ ਨਾਮ ਦੇ ਨਾਲ ਹਿਤ ਕੀਤਾ, ਭਾਉ ਪਿਆਰ ਕੀਤਾ ਹੈ ਗੁਰਮੰਤਰ ਨਾਲ, ਵਾਹਿਗੁਰੂ ਮੂਲ ਮੰਤਰ ਨਾਲ, ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸਦਾ ਹੀ ਜਿਹੜੀਆਂ ਬਾਧਾ ਮੁਸੀਬਤਾਂ ਨੇ ਸਾਰੀਆਂ, ਜਿਹੜੀਆਂ ਸੱਚੇ ਪਾਤਸ਼ਾਹ ਪੀੜਾ ਆਦਿਕ ਨੇ ਉਹਨਾਂ ਦੀਆਂ ਦੂਰ ਹੋ ਜਾਂਦੀਆਂ ਹਨ। ਸਵਈਆ ਗੰਗ ਆਨੰਦ ਸੋ ਨੰਦਨ ਕੋ। ਇਸ ਤਰ੍ਹਾਂ ਸਾਧ ਸੰਗਤ ਜੀ ਮਾਤਾ ਗੰਗਾ ਜੀ ਬੜੇ ਖੁਸ਼ੀ ਦੇ ਨਾਲ ਆਪਣੇ ਸਾਹਿਬਜ਼ਾਦੇ ਨੂੰ ਪ੍ਰਤਪਾਰਤ ਹੋਏ ਸੁਚੇਤ ਸਦਾ। ਬਹੁਤ ਹੁਣ ਅੱਗੇ ਤੋਂ ਨਾ ਸਾਵਧਾਨੀ ਦੇ ਨਾਲ ਧਿਆਨ ਦੇ ਕੇ ਆਪਣੇ ਸਾਹਿਬਜ਼ਾਦੇ ਦੀ ਪਾਲਣਾ ਕਰਦੇ ਹਨ। ਮੰਦਰ ਅੰਦਰ ਸੁੰਦਰ ਪਾਲਨਾ। ਕਹਿੰਦੇ ਆਪਣੇ ਮੰਦਰ ਮਹਿਲ ਦੇ ਵਿੱਚ ਆਪਣੇ ਗ੍ਰਹਿ ਵਿਖੇ ਮਾਤਾ ਜੀ ਸੁੰਦਰ ਪੰਘੂੜੇ ਦੇ ਉੱਪਰ ਲਾਲਤ ਲਾਲ ਝੁਲਾਏ ਤਦਾ। ਉਸ ਸਾਧ ਸੰਗਤ ਜੀ ਪੰਘੂੜੇ ਦੇ ਵਿੱਚ ਆਪਣੇ ਸਾਹਿਬਜ਼ਾਦੇ ਨੂੰ ਪਾ ਕੇ, ਭਾਉ ਲਿਟਾ ਕੇ, ਸੁਲਾ ਕੇ, ਬੜੇ ਪਿਆਰ ਨਾਲ ਲਾੜ ਲੜਾ ਕੇ ਉਹ ਜਿਹੜਾ ਪੰਘੂੜਾ ਹੈ ਉਹਨੂੰ ਸਾਧ ਸੰਗਤ ਜੀ ਝੁਲਾਉਂਦੇ ਹਨ। ਨਾਰਨ ਬ੍ਰਿੰਦ ਮੈਂ ਨਾ ਕਬ ਲਿਆਵਤ। ਹੁਣ ਅੱਗੇ ਤੋਂ ਮਾਤਾ ਜੀ ਸਾਵਧਾਨੀ ਇਹ ਕਰਦੇ ਨੇ ਬੜੇ ਧਿਆਨ ਦੇ ਨਾਲ। ਬਹੁਤੀਆਂ ਬੀਬੀਆਂ ਭੈਣਾਂ ਹੋਣ, ਬਹੁਤੇ ਇਕੱਠ ਵਿੱਚ ਸਾਹਿਬਜ਼ਾਦੇ ਨੂੰ ਲੈ ਕੇ ਨਹੀਂ ਆਉਂਦੇ। ਦੇਖਤ ਡੀਠ ਲੱਗੈ ਨਾ ਕਦਾ। ਮਨ ਵਿੱਚ ਸੋਚਦੇ ਨੇ ਕਿਤੇ ਮੇਰੇ ਪੁੱਤਰ ਨੂੰ ਕਿਸੇ ਦੀ ਭੈੜੀ ਮਾੜੀ ਨਜ਼ਰ ਨਾ ਲੱਗ ਜਾਵੇ। ਆਮਨ ਕੋ ਕਰ ਜਾਏ ਨਹੀਂ। ਇਸ ਤਰ੍ਹਾਂ ਸੋਚਦੇ ਨੇ ਕੋਈ ਭੈੜੀ ਇਸ ਦਾਈ ਦੇ ਵਰਗੀ ਬਲਾ ਨਾ ਆ ਜਾਵੇ, ਫਿਰ ਆ ਕੇ ਕੋਈ ਟੂਣਾ ਨਾ ਕਰ ਜਾਵੇ। ਰਖਵਾਰ ਰਹੋ ਗੁਰ ਰੂਪ ਸਦਾ। ਇਸ ਤਰ੍ਹਾਂ ਸੋਚ ਕੇ ਅਰਦਾਸ ਕਰਦੇ ਨੇ, ਹੇ ਸੱਚੇ ਪਾਤਸ਼ਾਹ ਗੁਰੂ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ, ਹੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਿਰਪਾ ਕਰਕੇ ਮੇਰੇ ਸਾਹਿਬਜ਼ਾਦੇ ਦੀ ਰੱਖਿਆ ਕਰੋ। ਤਾਂ ਤੇ ਕਰੇ ਜਲ ਮੱਜਨ ਕੋ। ਇਸ ਤਰ੍ਹਾਂ ਸਾਧ ਸੰਗਤ ਜੀ ਮਾਤਾ ਜੀ ਨੇ ਅਗਲੇ ਦਿਨ ਸਵੇਰੇ ਆਪਣੇ ਸਾਹਿਬਜ਼ਾਦੇ ਨੂੰ ਪਾਣੀ ਨਾਲ ਇਸ਼ਨਾਨ ਕਰਾਇਆ ਹੈ ਜਲ ਲੈ ਕੇ। ਮੁਖ ਚਾਰ ਪਖਾਰਤ ਲਾਲਤ ਹੈ। ਸੁੰਦਰ ਜਿਹੜਾ ਮੁਖੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਹਨੂੰ ਪਾਣੀ ਨਾਲ ਧੋਣਾ ਕੀਤਾ ਹੈ। ਪਹੁੰਚਤ ਸੂਖਮ ਚੀਰ ਗਹੇ। ਬਹੁਤ ਸੂਖਮ ਜਿਹੜੇ ਬਸਤਰ ਹਨ ਉਹਨਾਂ ਦੇ ਨਾਲ ਸਾਰਾ ਸਰੀਰ ਮੂੰਹ ਆਦਿਕ ਉਹ ਪੂੰਝਣਾ ਕੀਤਾ ਹੈ। ਪਟ ਸੁੰਦਰ ਫਿਰ ਉਡਾਲਤ ਹੈ। ਸੁੰਦਰ ਜਿਹੜੇ ਪਟ ਬਸਤਰ ਹਨ ਮਾਤਾ ਜੀ ਨੇ ਫਿਰ ਪਹਿਰਾਇਆ ਹੈ। ਬਾਗ ਨਖਾ ਮੜ ਕੰਚਨ ਤੇ। ਬਾਗ ਕਹਿੰਦੇ ਸ਼ੇਰ ਦਾ ਜਿਹੜਾ ਨੌ ਹੈ ਉਹ ਕੰਚਨ ਸੋਨੇ ਵਿੱਚ ਮੜ ਕੇ। ਮਖਤੂਲ ਗਰੇ ਮਹਿ ਡਾਲਤ ਹੈ। ਮਖਤੂਰ ਕਹਿੰਦੇ ਰੇਸ਼ਮ ਦੇ ਡੋਰ ਨਾਲ ਬੰਨ ਕੇ ਗਲ ਵਿੱਚ ਪਾਇਆ ਕਵੀ ਜੀ ਅਨੁਸਾਰ। ਯੋਂ ਦਿਨ ਕੇਤਕ ਬੀਤ ਗਏ। ਇਸ ਤਰ੍ਹਾਂ ਕਈ ਦਿਨ ਬਤੀਤ ਹੋ ਗਏ ਹਨ ਜੀ। ਸੁਤ ਪ੍ਰੇਮ ਕਰੇ ਪ੍ਰਤਪਾਲਤ ਹੈ। ਬੜੇ ਪਿਆਰ ਦੇ ਨਾਲ ਪ੍ਰੇਮ ਦੇ ਸਹਿਤ ਆਪਣੇ ਪੁੱਤਰ ਦੀ ਪਾਲਣਾ ਕਰ ਰਹੇ ਹਨ। ਸ਼੍ਰੀ ਹਰਗੋਬਿੰਦ ਸੁੰਦਰ ਰੂਪ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਹੁਤ ਹੀ ਸੁੰਦਰ ਸਰੂਪ ਹੈ। ਅਨੂਪਮ ਬੈਠਨੇ ਲਾਗ ਤਵੈ। ਉਪਮਾ ਤੋਂ ਰਹਿਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਬਾਲ ਅਵਸਥਾ ਵਿੱਚ ਹੁਣ ਹੌਲੇ ਹੌਲੇ ਹੁਣ ਬੈਠਣਾ ਸਿੱਖ ਰਹੇ ਹਨ, ਹੁਣ ਬੈਠਣ ਲੱਗੇ ਹਨ। ਸੋਚ ਵਿਮੋਚਿਤ ਲੋਚਨ ਤੇ। ਕਵੀ ਸੰਤੋਖ ਸਿੰਘ ਜੀ ਆਖਦੇ ਨੇ ਜਿਨ੍ਹਾਂ ਦੇ ਦਰਸ਼ਨ ਬਾਲ ਸਰੂਪ ਦੇ ਵਿੱਚ ਵੀ ਕੈਸੇ ਕਮਾਲ ਦੇ ਹਨ। ਜਿਨ੍ਹਾਂ ਨੇ ਆਪਣੇ ਲੋਚਨ ਨੇਤਰਾਂ ਦੇ ਨਾਲ ਉਹਨਾਂ ਦੇ ਦਰਸ਼ਨ ਕਰ ਲਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲ ਅਵਸਥਾ ਵਿੱਚ ਉਹਨਾਂ ਨੂੰ ਜਦੋਂ ਆਪਣੇ ਛੋਟੇ ਛੋਟੇ ਨੇਤਰਾਂ ਦੇ ਨਾਲ ਵੇਖਦੇ ਹਨ, ਉਹਨਾਂ ਦੇ ਸੋਚ ਤੋਂ ਭਾਵ ਉਹਨਾਂ ਦੇ ਸ਼ੰਕੇ, ਉਹਨਾਂ ਦੀਆਂ ਚਿੰਤਾਵਾਂ, ਫਿਕਰ ਸਾਰੇ ਵਿਮੋਚਿਤ ਕੱਟ ਦਿੰਦੇ ਹਨ। ਅਵਲੋਕਤ ਤੇਜ ਸਮੇਤ ਜਬ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲ ਸਰੂਪ ਦੇ ਵਿੱਚ ਸਿੱਖਾਂ ਦੇ ਵੱਲ ਦੇਖਦੇ ਹਨ,
ਉਸੇ ਵੇਲੇ ਸਾਰੇ ਤੇਜ ਸਮੇਤ ਤੇਜ ਪ੍ਰਤਾਪ ਨਾਲ ਵੇਖਦੇ ਨੇ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਲੇਤ ਉਛੰਗ ਪਿਤਾ ਗੁਰ, ਕਦੇ ਕਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੂਰਨ ਸਤਿਗੁਰੂ ਕਦੇ ਕਦੇ ਆਪਣੇ ਸਾਹਿਬਜ਼ਾਦੇ ਨੂੰ ਗੋਦ ਵਿੱਚ ਲੈਂਦੇ ਨੇ। ਸੰਗਤ ਪੰਗਤ ਦੇਖ ਸਭੈ, ਸੰਗਤ ਵਿੱਚ ਬੈਠੀ ਜਿਹੜੀ ਸੰਗਤ ਦੀ ਕਤਾਰ ਹੈ, ਪੰਗਤ ਹੈ, ਭਾਉ ਸੰਗਤ ਦੀ ਜਿਹੜੀ ਸਭਾ ਹੈ, ਸੰਗਤਾਂ ਵੀ ਵੇਖ ਕੇ ਬੜੀਆਂ ਖੁਸ਼ ਹੁੰਦੀਆਂ ਨੇ। ਜਿਉ ਅਜ ਨੰਦਨ ਕਹਿ ਰਘੁਨੰਦਨ, ਪ੍ਰਮਾਣ ਦੇ ਕੇ ਕਵੀ ਜੀ ਆਖਦੇ ਨੇ ਜਿਵੇਂ ਅੱਜ ਅਜੈ ਰਾਜਾ, ਉਹਨਾਂ ਦਾ ਨੰਦਨ ਤੋਂ ਭਾਵ ਦਸ਼ਰਥ, ਦਸ਼ਰਥ ਦੇ ਪੁੱਤਰ ਭਗਵਾਨ ਰਾਮਚੰਦਰ ਜੀ, ਕਹਿੰਦੇ ਜਿਵੇਂ ਦਸ਼ਰਥ ਰਾਜਾ ਆਪਣੇ ਪੁੱਤਰ ਰਾਮਚੰਦਰ ਜੀ ਨੂੰ ਬਾਲ ਅਵਸਥਾ ਵਿੱਚ ਬਾਲਕ ਬੈਸ ਮੈਂ ਬੈਠ ਫਬੈ, ਹਾਂ ਜਿਵੇਂ ਗੋਦ ਵਿੱਚ ਚੁੱਕਿਆ ਹੋਵੇ, ਜਿਵੇਂ ਉਹ ਸ਼ੋਭਦੇ ਹਨ, ਫੱਬਦੇ ਹਨ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਗੋਦ ਵਿੱਚ ਬਾਲ ਅਵਸਥਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੜੇ ਹੀ ਫੱਬ ਰਹੇ ਹਨ, ਸ਼ੋਭ ਰਹੇ ਹਨ। ਅੰਗਣ ਮੈਂ ਰਿੰਗਮਾਨ ਭਏ, ਅੰਗਣ ਦੇ ਵਿੱਚ ਭਾਉ ਵਿਹੜੇ ਦੇ ਵਿੱਚ ਸਾਧ ਸੰਗਤ ਜੀ ਖੇਡਦੇ ਖੇਡਦੇ ਰਿੜਦੇ ਹੋਏ ਜਾਂਦੇ ਹਨ। ਪੁਨ ਦੇਖ ਭਲੇ ਕਿਲਕਾਵਤ ਹੈ, ਤੇ ਸਾਰੇ ਸੇਵਕਾਂ ਨੂੰ, ਕਦੇ ਮਾਤਾ ਜੀ ਨੂੰ, ਕਦੇ ਸਤਿਗੁਰੂ ਜੀ ਨੂੰ ਦੇਖ ਕੇ ਨਾ ਹੁਣ ਕਿਲਕਾਰੀਆਂ ਮਾਰਦੇ, ਜਿਵੇਂ ਆਮ ਆਪਾਂ ਦੇਖਦੇ ਛੋਟੇ ਬਾਲਕ ਬੱਚੇ ਨਾ ਵੱਡਿਆਂ ਨੂੰ ਦੇਖ ਕੇ ਚਾਅ ਚੜ ਜਾਂਦਾ, ਤੇ ਜਦੋਂ ਬੋਲਣਾ ਸਿੱਖਦੇ ਨੇ ਕਿਲਕਾਰੀਆਂ ਮਾਰਦੇ, ਆਵਾਜ਼ਾਂ ਦਿੰਦੇ ਨੇ, ਜੋ ਮੂੰਹ ਵਿੱਚ ਜੋ ਰਸਨਾ ਤੇ ਆਵੇ ਉਹ ਆਖਦੇ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ ਹੁਣ ਬਾਲ ਗੁਰੂ ਵੱਡਿਆਂ ਨੂੰ ਦੇਖ ਦੇਖ ਕੇ ਕਿਲਕਾਰੀਆਂ ਮਾਰਦੇ ਹਨ। ਜੇ ਘਰ ਬੀਚ ਗਲੀਚਨ ਪੈ, ਜਿਹੜੇ ਘਰ ਵਿੱਚ ਸੁੰਦਰ ਗਲੀਚਿਆਂ ਦੀ ਵਿਛਾਈ ਕੀਤੀ ਹੋਈ, ਉਹਨਾਂ ਗਲੀਚਿਆਂ ਤੇ ਇਤ ਆਵਤ ਫੇਰ ਸੁਜਾਵਤ ਹੈ, ਹਾਂ ਰਿੜਦੇ ਹੋਏ ਕਦੇ ਆਉਂਦੇ ਹਨ ਕਦੇ ਜਾਂਦੇ ਹਨ। ਬੈਠਤ ਹੈ ਵਿੱਚ ਸੰਗਤ ਕੇ, ਕਹਿੰਦੇ ਸਾਰੀਆਂ ਸੰਗਤਾਂ ਦੇ ਵਿੱਚ ਕਦੇ ਆ ਕੇ ਬੈਠ ਜਾਂਦੇ ਹਨ। ਗਨ ਦਾਸ ਤਬੈ ਬਤਰਾਵਤ ਹੈ, ਬਹੁਤ ਸਾਰੇ ਦਾਸ ਫਿਰ ਨਾ ਨੇੜੇ ਆ ਕੇ ਆਪਣੇ ਮੁੱਲੋਂ ਨਾ ਮੁੱਖੋਂ ਗੱਲਾਂ ਬਾਤਾਂ ਕਰਦੇ ਨੇ, ਯਤਨ ਕਰਦੇ ਨੇ ਕੋਈ ਨਾ ਕੋਈ ਮੈਂ ਵੀ ਗੱਲ ਕਰਾਂ, ਕੋਈ ਕਹਿੰਦਾ ਮੈਂ ਵੀ ਕਰਾਂ। ਇਸ ਤਰ੍ਹਾਂ ਆਪੋ ਆਪਣੇ ਅੱਗੇ ਅੱਗੇ ਹੋ ਕੇ ਸਿੱਖ ਸੰਗਤਾਂ ਜਿਹੜੀਆਂ ਵਾਰੀ ਵਾਰੀ ਕਰਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਨ। ਭਾਵਤ ਹੈ ਮੁਸਕਾਵਤ ਹੈ, ਫਿਰ ਗੱਲਾਂ ਕਰਦੇ ਆ ਸਾਧ ਸੰਗਤ ਜੀ, ਜਿਹੜੇ ਬੋਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਸਨਾ ਤੋਂ ਨਿਕਲਦੇ ਹਨ, ਤੋਤਲੇ ਬੋਲ, ਉਹ ਬੜੇ ਹਿਰਦੇ ਨੂੰ ਸਿੱਖਾਂ ਦੇ ਭਾਉਂਦੇ ਨੇ, ਚੰਗੇ ਲੱਗਦੇ ਨੇ। ਤੇ ਕਹਿੰਦੇ ਫਿਰ ਦੇਖ ਕੇ ਮੁਸਕਰਾ ਜਾਂਦੇ ਨੇ ਸਿੱਖਾਂ ਨੂੰ ਮਹਾਰਾਜ। ਚਪਲਾਵਤ ਹੈ ਸੋ ਹਸਾਵਤ ਹੈ, ਕਦੇ ਬੜੇ ਫੁਰਤੀ ਨਾਲ, ਚੰਚਲਤਾ ਦੇ ਨਾਲ ਕੋਈ ਐਸੀ ਖੇਡ, ਐਸਾ ਕੌਤਕ ਕਰ ਜਾਂਦੇ ਨੇ ਜਿਸ ਨੂੰ ਦੇਖ ਕੇ ਨਾ ਸਾਰੀ ਸੰਗਤ ਹੱਸ ਪੈਂਦੀ ਹੈ, ਸੇਵਕ ਵੀ ਹੱਸ ਜਾਂਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਹੀ ਕੌਤਕ ਚੋਜ ਬਾਲ ਅਵਸਥਾ ਵਿੱਚ ਵਰਤਾ ਰਹੇ ਨੇ। ਪਰਿਵਾਰ ਨੂੰ, ਮਾਤਾ ਜੀ ਨੂੰ, ਸਿੱਖਾਂ ਨੂੰ, ਸੇਵਕਾਂ ਨੂੰ ਖੁਸ਼ੀਆਂ ਬਖਸ਼ ਰਹੇ ਹਨ। ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ ਹੈ, ਆਉਣ ਵਾਲਾ ਪ੍ਰਸੰਗ, ਆਉਣ ਵਾਲੀ ਵਿਚਾਰ ਅਗਲੇ ਦੀਵਾਨਾਂ ਵਿੱਚ ਸਰਵਣ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਇੱਥੇ ਹੀ ਸਮਾਪਤੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਬੈਠਤ ਹੈ ਵਿੱਚ ਸੰਗਤ ਕੇ, ਗਾਨ ਦਾਸ ਤਬੈ ਬਤਰਾਵਤ ਹੈ। ਭਾਵਤ ਹੈ ਮੁਸਕਾਵਤ ਹੈ, ਚਪਲਾਵਤ ਹੈ ਸੋ ਹਸਾਵਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੂਤ